ਸਤਿ ਸ਼੍ਰੀ ਅਕਾਲ ਜੀ। ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਹਾਂ ਤਜਿੰਦਰ ਫਤਿਹਪੁਰ। ਅੱਜ ਅਸੀਂ ਮੁੱਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸੋ ਮੁੱਦਾ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਬਾਰੇ ਅਸੀਂ ਗੱਲਬਾਤ ਕਰਿਆ ਕਰਾਂਗੇ। ਸੋ ਅੱਜ ਜਿਹੜਾ ਪੰਜਾਬ ਦਾ ਵੱਡਾ ਮੁੱਦਾ ਹੈ, ਸੋ ਕੱਲ੍ਹ ਅਕਾਲੀ ਦਲ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਉਹਨਾਂ ਨੇ ਕਾਂਗਰਸ 'ਤੇ ਦੋਸ਼ ਲਾਏ ਨੇ ਔਰ ਖ਼ਾਸ ਕਰਕੇ ਜਿਹੜੀ ਪੰਜਾਬ ਦੀ ਸਿਆਸਤ ਹੈ ਇਸ ਵੇਲੇ ਬਰਗਾੜੀ ਕਾਂਡ ਦੇ ਆਲੇ ਦੁਆਲੇ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਸੋ ਉਹਦੇ ਬਾਬਤ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤੋਂ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਅਤੇ ਸਾਡੇ ਕੋਲ ਆਮ ਆਦਮੀ ਪਾਰਟੀ ਤੋਂ ਨੇ ਬੁਲਾਰੇ ਇਕਬਾਲ ਸਿੰਘ ਜੀ ਮੋਹਾਲੀ, ਅਤੇ ਕਾਂਗਰਸ ਤੋਂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਅਰਸ਼ਪ੍ਰੀਤ ਸਿੰਘ ਖਡਿਆਲ। ਸੋ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਇੱਥੋਂ ਕਿ ਜਿਹੜੀ ਅੱਜ ਅਖਬਾਰਾਂ ਦੀਆਂ ਸੁਰਖੀਆਂ ਨੇ ਕਿ ਕੱਲ੍ਹ ਇੱਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਮਹੇਸ਼ ਇੰਦਰ ਗਰੇਵਾਲ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ, ਉਹਨਾਂ ਨੇ ਸਿੱਧੇ ਬਰਗਾੜੀ ਕਾਂਡ ਦੀ ਜਿਹੜੀ ਜਾਂਚ ਕਰ ਰਹੀ ਸੀ SIT, ਉਸ ਵੇਲੇ DIG ਰਣਬੀਰ ਸਿੰਘ ਖੱਟੜਾ ਕਰ ਰਹੀ ਸੀ ਜਿਹੜੀ ਬੇਅਦਬੀ ਦੇ ਮਾਮਲਿਆਂ ਦੀ। ਸੋ ਉਹਨਾਂ ਨੇ ਕੱਲ੍ਹ ਦੋਸ਼ ਲਾਏ ਨੇ ਕਿ IG ਰਣਬੀਰ ਸਿੰਘ ਖੱਟੜਾ ਜਿਹੜੇ ਸੇਵਾ ਮੁਕਤ ਵੀ ਨੇ, ਕਿ ਉਹਨਾਂ ਨੇ ਕਾਂਗਰਸ ਦੇ ਨਾਲ ਰਲ ਕੇ ਹੁਣ ਜਿਹੜੀ ਤਿਆਰੀ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਖਿਲਾਫ ਕੋਈ ਕੇਸ ਦਰਜ ਕਰਨ ਦੀ, ਜਦ ਕਿ ਸਰਦਾਰ ਰਣਬੀਰ ਸਿੰਘ ਖੱਟੜਾ ਦੇ ਪੁੱਤਰ ਨੇ ਜਿਹੜੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹਿੱਸਾ ਰਹੇ ਨੇ। ਸੋ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਲੇਰ ਸਾਹਿਬ? ਨਹੀਂ ਤਜਿੰਦਰ ਜੀ, ਦੇਖੋ, ਸਭ ਤੋਂ ਪਹਿਲਾਂ ਮੈਂ ਇਹ ਗੱਲ ਸ਼ੁਰੂ ਕਰਦਾ ਹਾਂ ਕਿ ਜੋ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਹੋਈ ਹੈ, ਉਹਦੇ 'ਚ ਗੱਲ ਦੇਖਣ ਵਾਲੀ ਇਹ ਹੈਗੀ ਹੈ ਕਿ ਗਵਰਨਰ ਹਾਊਸ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੌਂਸਟੀਟਿਊਸ਼ਨਲ ਇੱਕ ਜਿਹੜੀ ਅਥਾਰਟੀ ਹੈ, ਪੰਜਾਬ ਦਾ ਹੈੱਡ ਹੈ, ਉਹਦੇ ਘਰ ਦੀ ਅਨੈਕਸੀ ਦੇ ਵਿੱਚ ਇੱਕ 22 ਅਕਤੂਬਰ ਨੂੰ ਮੀਟਿੰਗ ਹੁੰਦੀ ਹੈ। ਉਹ ਮੀਟਿੰਗ ਦੇ ਵਿੱਚ ਹਾਜ਼ਰ ਕੌਣ ਨੇ? ਮੀਟਿੰਗ ਦੇ ਵਿੱਚ ਹਾਜ਼ਰ ਨੇ ਚੰਨੀ ਸਾਹਿਬ, ਪੰਜਾਬ ਦੇ ਇਸ ਸਮੇਂ ਦੇ ਗ੍ਰਹਿ ਮੰਤਰੀ, ਐਡਵੋਕੇਟ ਜਨਰਲ, DGP ਸਾਹਿਬ, ਪਰਮਾਰ ਸਾਹਿਬ, ਕਾਂਗਰਸ ਦੇ 2 MLA ਕਿੱਕੀ ਢਿੱਲੋਂ ਅਤੇ ਇੱਕ ਜ਼ੀਰਾ ਸਾਹਿਬ। ਹੁਣ ਉਹ ਮੀਟਿੰਗ ਦੇ ਵਿੱਚ ਡਿਸਕਸ਼ਨ ਤਾਂ ਹੋ ਰਹੀ ਹੈ ਇਨਵੈਸਟੀਗੇਸ਼ਨ ਨੂੰ ਲੈ ਕੇ, ਬੇਅਦਬੀਆਂ ਦੀ ਅਤੇ ਬਰਗਾੜੀ ਦੀ, ਅਤੇ ਉੱਥੇ ਇੱਕ ਚਿਹਰਾ 2 ਸ਼ਾਮਲ ਨੇ ਜਿਹੜੇ ਕਿ ਨਾ ਤਾਂ ਇਨਵੈਸਟੀਗੇਸ਼ਨ ਦਾ ਅੱਜ ਪਾਰਟ ਨੇ ਕਿਉਂਕਿ ਖੱਟੜਾ ਸਾਹਿਬ ਰਿਟਾਇਰ ਹੋ ਚੁੱਕੇ ਨੇ। ਇੱਕ ਹੋਰ ਉੱਥੇ ਬੰਦਾ ਪ੍ਰੈਜ਼ੈਂਟ ਹੈ, ਉਹਦਾ ਵੀ ਇਨਵੈਸਟੀਗੇਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਹੁਣ ਗੱਲਾਂ ਤਾਂ ਅੰਦਰੋਂ ਹੀ ਬਾਹਰ ਆਈਆਂ ਨੇ, ਸਾਨੂੰ ਕੋਈ ਬੈਠੇ ਸੁਪਨਾ ਤਾਂ ਆਇਆ ਨਹੀਂ। ਅੰਦਰੋਂ ਜਿਹੜੀਆਂ ਗੱਲਾਂ, ਉਹਨਾਂ 'ਚੋਂ ਹੀ ਕਿਸੇ ਇੱਕ ਬੰਦੇ ਨੇ ਉੱਥੇ ਦੀ ਜਿਹੜੀ ਉਹ ਸਾਜ਼ਿਸ਼ ਹੈ ਉਹਨੂੰ ਬੇਨਕਾਬ ਕੀਤਾ, ਕਿਉਂਕਿ ਕਾਂਗਰਸ ਜਾਣਦੀ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜੋ ਉਹਨਾਂ ਦੇ ਹਾਲਾਤ ਨੇ, ਵਾਅਦੇ ਪੂਰੇ ਨਹੀਂ ਹੋਏ। ਸੋ ਕਿਸੇ ਤਰੀਕੇ 'ਚ ਹੀ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਫਸਾਇਆ ਜਾਵੇ, ਕਿਉਂਕਿ ਉਹਦਾ ਮੁੱਢ ਕਿਉਂ ਬੰਨ੍ਹਦੇ ਨੇ ਇਹ। ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜਾ ਮੇਨ ਜਿਹਨੂੰ ਇਹ ਕਹਿੰਦੇ ਨੇ ਉਹ ਹੈ ਸੁਮੇਧ ਸੈਣੀ, ਔਰ ਸੁਮੇਧ ਸੈਣੀ ਨੂੰ ਹਾਈ ਕੋਰਟ ਤੋਂ ਸਟੇ ਮਿਲ ਗਿਆ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਸਕਦੀ। ਇਸ ਲਈ ਅਗਰ ਉਸ ਟਾਈਮ ਦੇ DGP ਦੇ ਖਿਲਾਫ ਕੁਝ ਨਹੀਂ ਹੋ ਸਕਦਾ ਤਾਂ DGP ਤੋਂ ਅੱਗੇ ਚਾਹੇ ਫਿਰ ਉਪ ਮੁੱਖ ਮੰਤਰੀ ਹੈ, ਚਾਹੇ ਮੁੱਖ ਮੰਤਰੀ ਹੋਣ, ਤਾਂ ਗੱਲ ਨਹੀਂ ਜਾਂਦੀ। ਸੋ ਉਹ ਉੱਥੇ ਇਹਨਾਂ ਨੂੰ ਲੱਗਦਾ ਕਿ ਕਾਨੂੰਨੀ ਤੌਰ 'ਤੇ ਫਸ ਚੁੱਕੀ ਹੈ ਪੰਜਾਬ ਸਰਕਾਰ। ਸੋ ਹੁਣ ਇੱਕ ਬੀਬੀ ਰਜਿੰਦਰ ਕੌਰ ਮੀਮਸਾ, ਜਿਹੜੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ, ਉਸ ਤੋਂ ਪਹਿਲਾਂ ਕਾਂਗਰਸ ਸੀ, ਅੱਜ ਕੱਲ੍ਹ ਫਿਰ ਕਾਂਗਰਸ ਦੇ ਵਿੱਚ ਨੇ, ਉਹਨਾਂ ਨੂੰ ਹੱਥਕੰਡਾ ਬਣਾ ਕੇ ਕਹਿੰਦੇ ਨੇ ਕਿ ਇੱਕ ਬਿਆਨ ਉਹਨਾਂ ਦਾ ਦਰਜ ਕਰਾਉਣਾ ਹੈਗਾ। ਉਹ 164 ਦਾ ਹੋ ਨਹੀਂ ਸਕਦਾ ਕਿਉਂਕਿ 5-6 ਸਾਲ ਪਹਿਲਾਂ ਦੀ ਗੱਲ ਹੈ। ਔਰ ਹੁਣ ਉਹਨਾਂ ਨੂੰ ਕਹਿੰਦੇ ਨੇ ਕਿ ਇੱਕ ਪ੍ਰੈਸ ਕਾਨਫਰੰਸ ਕਰਾ ਕੇ ਕਿਸੇ ਤਰੀਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਨਵੋਲਵ ਕਰ ਲਈਏ। ਸੋ ਮੈਂ ਤਾਂ ਬੜਾ ਸਪਸ਼ਟ ਹਾਂ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਜਾਂਚ, ਅਸੀਂ ਪਹਿਲਾਂ ਵੀ ਬਾਰ-ਬਾਰ ਕਹਿੰਦੇ ਹਾਂ ਕਿ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ, ਕਰਵਾਈ, ਜਾਂ ਜਿਹੜਾ ਉਹ 'ਤੇ ਸਿਆਸਤ ਕਰਦਾ, ਉਹਦਾ ਕੱਖ ਨਾ ਰਹੇ। ਔਰ ਅੱਜ ਉਹੀ ਹਾਲ ਹੋਇਆ ਕਾਂਗਰਸ ਦਾ। ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਨੇ ਸਿਆਸਤ ਕੀਤੀ, ਕੈਪਟਨ ਜੀ ਨੇ ਜਿਹੜੇ ਸਾਬਕਾ ਨੇ, ਉਹਨਾਂ ਨੂੰ ਕੁਰਸੀ ਤੋਂ ਹੱਥ ਧੋਣਾ ਪਿਆ। ਜਾਖੜ ਸਾਹਿਬ ਨੇ ਕੀਤੀ, 43 MLA ਨਾਲ ਹੋਣ ਦੇ ਬਾਵਜੂਦ ਮੁੱਖ ਮੰਤਰੀ ਨਹੀਂ ਬਣ ਸਕੇ। ਸੁੱਖੀ ਰੰਧਾਵਾ ਤਾਂ ਆਪਣੇ ਘਰੋਂ ਚੱਲ ਪਏ ਸੀ ਗਵਰਨਰ ਹਾਊਸ ਕਨੀ ਨੂੰ, ਉਦੋਂ ਬਣਦੇ ਰਹਿ ਗਏ। ਅਤੇ ਚੰਨੀ ਸਾਹਿਬ ਦਾ ਵੀ ਆਹੀ ਹਾਲ ਹੋਣਾ। ਸੋ ਅਸੀਂ ਕਹਿੰਦੇ ਗੁਰੂ ਸਾਹਿਬ ਦੇ ਨਾਂ 'ਤੇ ਸਿਆਸਤ ਨਾ ਕਰੋ, ਇਹ ਮੂੰਹ ਦੀ ਖਾਣੀ ਪੈਣੀ। ਤੁਸੀਂ ਦੇਖੋ ਕਿੱਡਾ ਛੜਯੰਤਰ ਰਚ ਰਹੇ ਸੀ। ਉਹ ਛੜਯੰਤਰ ਦੀ ਆਪਦੇ ਅੰਦਰ ਦੀ ਇੱਕ ਕੜੀ ਇਹਨੇ, ਜਿਹਨੇ ਸਾਰਾ ਕੁਝ, ਜਿਹਦੀ ਜ਼ਮੀਰ ਜਾਗ ਗਈ, ਉਹਨੇ ਬਾਹਰ ਆ ਕੇ ਰੱਖਤਾ। ਸੋ ਅਸੀਂ ਹੁਣ ਗਵਰਨਰ ਸਾਹਿਬ ਨੂੰ ਵੀ ਮਿਲਣ ਜਾ ਰਹੇ ਹਾਂ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ 22 ਅਕਤੂਬਰ ਦਾ ਤੁਸੀਂ ਉੱਥੋਂ ਦੀ CCTV ਫੁਟੇਜ ਜਾਰੀ ਕਰੋ। ਜਿਹੜੇ ਬੰਦਿਆਂ ਦੇ ਅਸੀਂ ਨਾਂ ਲੈ ਰਹੇ ਹਾਂ, ਇਹਨਾਂ ਦੀ ਕਾਲ ਰਿਕਾਰਡ ਜਨਤ ਕਰੋ। ਜੇ ਨਾ ਉੱਥੇ ਹੋਣ ਤਾਂ ਸ਼੍ਰੋਮਣੀ ਅਕਾਲੀ ਦਲ ਮਾਫੀ ਮੰਗਣ ਨੂੰ ਤਿਆਰ ਹੈ, ਪਰ ਇਹ ਸਾਰੇ ਉੱਥੇ ਸੀ, ਸਾਜ਼ਿਸ਼ ਦੇ ਘਾੜਤਕਰਤਾ ਨੇ। ਔਰ CCTV ਫੁਟੇਜ ਜਦੋਂ ਸਾਹਮਣੇ ਆਊਗੀ ਤਾਂ ਸ਼੍ਰੋਮਣੀ ਅਕਾਲੀ ਦੀ ਇੱਕ ਗੱਲ ਸੱਚ ਹੋਊਗੀ।
ਪਰ ਇਦਾਂ ਨਹੀਂ ਲੱਗਦਾ ਕਿ ਰਣਬੀਰ ਸਿੰਘ ਖੱਟੜਾ ਹੋਰਾਂ ਦਾ ਨਾਮ ਵਰਤ ਕੇ ਅਕਾਲੀ ਦਲ ਵੱਲੋਂ ਸਿਆਸਤ ਕੀਤੀ ਜਾ ਰਹੀ ਹੈ? ਬੇਸ਼ੱਕ ਉਸ ਮੀਟਿੰਗ 'ਚੋਂ ਸ਼ਾਮਿਲ ਸਹੀ, ਪਰ ਜਦੋਂ ਉਹਨਾਂ ਨੇ SIT ਬਣੀ ਸੀ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ, ਉਹਨਾਂ ਨੇ ਜਾਂਚ ਵੀ ਕੀਤੀ ਸੀ ਔਰ ਉਹਨਾਂ ਨੇ ਡੇਰਾ ਪ੍ਰੇਮੀ ਵੀ ਇਹਦੇ 'ਚ ਇਨਵੋਲਵ ਕੀਤੇ ਸੀ। ਮੇਰੇ ਕੋਲ ਬਹੁਤ ਸਾਰੀਆਂ ਤਰੀਕਾਂ ਤੇ ਕੁਝ ਨਾਮ ਵੀ ਹੈਗੇ ਜਿਹੜੇ ਸ਼ਾਮਲ ਕੀਤੇ ਸੀ। 30 ਨਵੰਬਰ 2015 ਨੂੰ SIT ਬਣਦੀ ਹੈ ਰਣਬੀਰ ਸਿੰਘ ਖੱਟੜਾ ਹੋਰਾਂ ਦੀ। ਸੋ ਉਹਨਾਂ ਨੇ ਜਿਹੜਾ ਉਸ ਵੇਲੇ ਕਿਹਾ ਸੀ ਕਿ 1 ਜੂਨ 2015 ਨੂੰ ਚੋਰੀ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ, ਅਤੇ 24 ਤੇ 25 ਸਤੰਬਰ ਨੂੰ ਪੋਸਟਰ ਲਾਏ ਗਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਚੋਰੀ ਕੀਤਾ ਹੈ, ਜੇ ਦਮ ਹੈ ਤਾਂ ਤੁਸੀਂ ਕਢਵਾ ਲਓ, ਨਹੀਂ ਤਾਂ ਬਰਗਾੜੀ 'ਚ ਇਹਦੇ ਜਿਹੜੇ ਪੱਤਰ ਨੇ ਉਹ ਖੰਡਾ ਦੇਵਾਂਗੇ। ਔਰ ਉਸ ਤੋਂ ਬਾਅਦ 11-12 ਅਕਤੂਬਰ 2015 ਨੂੰ ਬਰਗਾੜੀ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਨੇ ਉਹ ਖੰਡਾਏ ਗਏ। 19 ਔਰ 20 ਨੂੰ ਭਗਤਾ ਭਾਈਕਾ ਵਿਖੇ, ਅਤੇ 5ਵੀਂ ਘਟਨਾ ਜਿਹੜੀ ਬਾਘਾ ਪੁਰਾਣਾ ਵਿਖੇ ਵਾਪਰੀ ਸੀ। ਸੋ ਸਰਦਾਰ ਰਣਬੀਰ ਸਿੰਘ ਖੱਟੜਾ ਹੋਰਾਂ ਨੇ ਕਿਹਾ ਸੀ ਕਿ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਇੱਕ ਸਾਜ਼ਿਸ਼ ਦੇ ਤਹਿਤ ਹੋਈਆਂ ਨੇ, ਸਾਰੀਆਂ ਘਟਨਾਵਾਂ ਇੱਕੋ ਜਿਹੀਆਂ ਸੀ। ਸੋ ਨੇਚਰ ਆਫ ਜਿਹੜਾ ਕ੍ਰਾਈਮ ਸੀ ਉਹ ਸਾਰੀਆਂ ਘਟਨਾਵਾਂ ਦਾ ਸੇਮ ਸੀ। ਔਰ ਹੁਣ ਬੀਤੇ ਦਿਨੀ ਸਰਦਾਰ ਰਣਬੀਰ ਸਿੰਘ ਖੱਟੜਾ ਦੇ ਜਿਹੜੇ ਬੇਟੇ ਨੇ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇ, ਉਹਨਾਂ ਨੇ ਪਿੱਛੇ ਜੇ ਸਿਆਸਤ ਤੋਂ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਲਾਂਭੇ ਕਰਦਾ, ਕਿਉਂਕਿ ਉਹਨਾਂ ਦੇ ਪਰਿਵਾਰ ਦਾ ਨਾਮ ਹੈ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਚ ਵੀ ਅਕਾਲੀ ਦਲ ਕਰਕੇ ਉਹਨਾਂ 'ਤੇ ਦੋਸ਼ ਲੱਗਦੇ ਨੇ। ਸੋ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਸਿਆਸਤ ਤੋਂ ਲਾਂਭੇ ਕਰਦਾ ਜਦੋਂ ਤੱਕ ਕਿਸਾਨਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਜਾਂਦਾ, ਅਤੇ ਖਾਸ ਕਰਕੇ ਬੇਅਦਬੀ ਵਾਲਾ ਮਸਲਾ ਨਹੀਂ ਹੱਲ ਹੋ ਸਕਦਾ। ਅਤੇ ਹੁਣ ਉਹ ਅਕਾਲੀ ਦਲ ਦਾ ਪਾਰਟ ਨਹੀਂ ਰਹੇ, ਕਿ ਇਸ ਕਰਕੇ ਅਕਾਲੀ ਦਲ ਵੱਲੋਂ ਦੋਸ਼ ਲਾਏ ਜਾ ਰਹੇ? नहीं तेजिंदर जी, देखो कुछ तो मजबूरियां रही होंगी, यूं तो कोई बेवफा नहीं होता। ਹੁਣ ਮੈਂ ਖੱਟੜਾ ਸਾਹਿਬ ਦਾ ਬਹੁਤ ਸਤਿਕਾਰ ਕਰਦਾ, ਮੇਰੇ ਨਿੱਜੀ ਤਾਲੁਕ ਨੇ ਉਹਨਾਂ ਦੇ ਨਾਲ, ਸੋ ਮੈਂ ਉਹਨਾਂ 'ਤੇ ਕੋਈ ਜਾਤੀ ਟਿੱਪਣੀ ਨਹੀਂ ਕਰਨੀ ਚਾਹੁੰਦਾ। ਪਰ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਇਹ ਗੱਲਾਂ ਨੂੰ ਦੇਖੋਗੇ ਤਾਂ ਜਦੋਂ ਤਾਂ ਉਹ DIG ਸੀ ਤੇ ਇਨਵੈਸਟੀਗੇਸ਼ਨ ਕਰ ਰਹੇ ਸੀ, ਉਹ ਸਮਾਂ ਸੀ ਅਗਰ ਸਤਵੀਰ ਖੱਟੜਾ ਛੱਡਣਾ ਚਾਹੁੰਦੇ ਕਿ ਮੇਰੇ ਪਿਤਾ ਜੀ ਜਾਂਚ ਕਰ ਰਹੇ ਨੇ, ਮੈਂ ਸਿੱਧੇ ਤੌਰ 'ਤੇ ਜੁੜਿਆ ਹੋਇਆ, ਉਸ ਸਮੇਂ ਦੇ ਵਿੱਚ ਉਹ ਅਕਾਲੀ ਦਲ ਦੇ ਵਿੱਚ ਰਹੇ। ਜਦੋਂ ਪਿਤਾ ਜੀ ਰਿਟਾਇਰ ਹੋ ਜਾਂਦੇ ਨੇ ਤੇ ਇੱਕਦਮ ਪੰਜਾਬ ਦੇ ਵਿੱਚ ਇੱਕ ਐਸਟੈਬਲਿਸ਼ਮੈਂਟ ਦੇ ਵਿੱਚ ਚੇਂਜ ਆਉਂਦਾ ਹੈ, ਤੇ ਫਿਰ ਉਹ ਇਹ ਗਰਾਊਂਡਸ ਦੇ ਕੇ ਕਹਿੰਦੇ ਨੇ ਕਿ ਜੀ ਕਿਉਂਕਿ ਮੇਰੇ ਪਿਤਾ ਜੀ ਤੇ ਉੱਥੇ ਸਵਾਲ ਉੱਠਦੇ, ਜਦੋਂ ਸਰਵਿਸ 'ਚ ਨੇ ਉਦੋਂ ਨਹੀਂ ਉਹ ਛੱਡਦੇ, ਉਹ ਅੱਜ ਰਿਟਾਇਰ ਹੋ ਗਏ, ਹੁਣ ਤਾਂ ਕੋਈ ਸਵਾਲ ਵੀ ਨਹੀਂ ਰਿਹਾ, ਤੇ ਜੇ ਅੱਜ ਛੱਡਦੇ ਨੇ ਤਾਂ ਕਿਤੇ ਨਾ ਕਿਤੇ ਇਹ ਜਿਹੜੀ ਬੈਕਡੋਰ ਸਾਜ਼ਿਸ਼ਾਂ ਚੱਲ ਰਹੀਆਂ ਨੇ। ਔਰ ਖੱਟੜਾ ਸਾਹਿਬ ਦਾ ਉੱਥੇ ਹੋਣਾ, ਮੈਂ ਤਾਂ ਖੱਟੜਾ ਸਾਹਿਬ ਨੂੰ ਇੱਕ ਸਵਾਲ ਕਰਦਾ ਕਿ ਕੀ ਜਿਹੜੀਆਂ ਗੱਲਾਂ ਨੇ, ਚਾਹੇ ਬੀਬੀ ਮੀਮਸਾ ਹੈ ਚਾਹੇ ਹੋਰ ਹੈ, ਕਿ ਖੱਟੜਾ ਸਾਹਿਬ ਨੇ ਜਿਹੜੀ ਇਨਵੈਸਟੀਗੇਸ਼ਨ ਪਹਿਲਾਂ ਕੀਤੀ ਹੈ ਉਹਦੇ ਨਾਲ ਖੜੇ ਨੇ, ਕਿਉਂਕਿ ਇਨਵੈਸਟੀਗੇਸ਼ਨ ਤਾਂ ਸਾਰੀ ਖੱਟੜਾ ਸਾਹਿਬ ਦੀ ਹੈ। ਜੋ ਅੱਜ ਇੱਕ ਹੋਰ ਕਮਾਲ ਦੀ ਗੱਲ ਮੈਂ ਦੱਸਦਾ ਹਾਂ, ਜਿੰਨੀਆਂ ਇਹ 'ਚ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਉਹ ਉਸੇ ਸਿੱਟ ਨੇ ਕੀਤੀਆਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਹੈ। ਕਾਂਗਰਸ ਨੇ ਆ ਕੇ ਇਹਨਾਂ ਨੇ ਤਾਂ ਬੰਦੇ ਵਿੱਚੋਂ ਛੱਡੇ ਨੇ, ਗ੍ਰਿਫਤਾਰੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਬਣਾਈ ਹੋਈ ਸਿੱਟ ਨਹੀਂ ਕੀਤੀਆਂ ਜਿੰਨੀਆਂ ਕੀਤੀਆਂ ਨੇ। ਸੋ ਸਾਡਾ ਤਾਂ ਇਹ ਸਿੱਧਾ ਸਵਾਲ ਹੈ ਕਿ ਅਗਰ ਐਸੀਆਂ ਸਾਜ਼ਿਸ਼ਾਂ ਘੜ ਰਹੇ ਨੇ ਤਾਂ ਕੀ ਖੱਟੜਾ ਸਾਹਿਬ ਆਪਣੀ ਪਹਿਲੀ ਇਨਵੈਸਟੀਗੇਸ਼ਨ ਨੂੰ ਫੋਰਜਡ ਕਹਿੰਦੇ ਨੇ ਕਿ ਮੈਂ ਉਹ ਗਲਤ ਕੀਤੀ ਹੈ, ਜਾਂ ਜੋ ਅੱਜ ਹੋ ਰਿਹਾ ਇਹ ਗਲਤ ਹੈ। ਸੋ ਇਹ ਜਿਹੜੇ ਅੱਜ ਸ਼੍ਰੋਮਣੀ ਅਕਾਲੀ ਦਲ ਇਹਨਾਂ 'ਤੇ ਇੱਕ ਇਲਜ਼ਾਮ ਲਾ ਵੀ ਰਿਹਾ, ਤਾਂ ਅਸੀਂ ਤਾਂ ਕਹਿੰਦੇ ਹਾਂ ਕਿ 22 ਅਕਤੂਬਰ ਦੀ CCTV ਸਾਹਮਣੇ ਆ ਜੇ, ਉਹਦੀ ਵੀਡੀਓ ਰਿਕਾਰਡਿੰਗ ਆ ਜੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ। ਖੱਟੜਾ ਸਾਹਿਬ ਦਾ ਇਸ ਬਾਰੇ ਅਜੇ ਤੱਕ ਕੋਈ ਬਿਆਨ ਨਹੀਂ ਆਇਆ। ਅਸੀਂ ਅਰਸ਼ਪ੍ਰੀਤ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਅਰਸ਼ ਜੀ, ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ? ਪਹਿਲੀ ਗੱਲ ਤਾਂ ਇਹ ਓਵਰਆਲ ਮੈਂ ਦੱਸਣਾ ਚਾਹਣਾ ਕਿ ਅਕਾਲੀ ਦਲ ਦੀ ਬੌਖਲਾਹਟ ਹੈ, ਇਹ ਸਿਰਫ ਇਸ਼ੂ ਨੂੰ ਡਿਫਲੈਕਟ ਕਰਨ ਲਈ ਇਹ ਚੀਜ਼ ਕਰ ਰਹੇ ਹੈ। ਇਹਨਾਂ ਨੂੰ ਪਤਾ ਹੈ, ਉਹ ਤੁਸੀਂ ਕਹਾਵਤ ਸੁਣੀ ਹੋਣੀ ਹੈ, ਚੋਰ ਕੀ ਦਾੜੀ ਮੇਂ ਤਿਨਕਾ। ਇਹਨਾਂ ਬਾਰੇ ਕੁਝ ਗੱਲ ਨਹੀਂ ਏਦਾਂ ਦੀ ਹੋਈ। ਸਿਟ ਫੇਅਰ ਹੈ, ਇਹਨਾਂ ਨੇ ਆਪ ਬਣਾਈ ਹੈ, ਇਹਨਾਂ ਦਾ ਕਸੂਰ ਕੋਈ ਨਹੀਂ। ਜੋ ਇਹਨਾਂ ਨੂੰ ਲੱਗਦਾ ਹੈ ਕਿ ਏਦਾਂ ਦੀ ਕੌਨਸਪੀਰੇਸੀ ਕਰ ਰਹੀ ਹੈ IGs DIGs ਨੂੰ ਬੁਲਾ ਕੇ, ਬਿਕੋਜ਼ ਪ੍ਰੋਬੇਬਲੀ ਪਰਹੈਪਸ ਮੇ ਵੀ ਹੋ ਸਕਦਾ ਕਿ ਬਾਦਲ ਸਾਹਿਬ DIGs IGs ਨੂੰ ਬੁਲਾ ਕੇ ਕੌਨਸਪੀਰੇਸੀ ਘੜਦੇ ਸੀ, ਤਾਂ ਉਹਨਾਂ ਨੂੰ ਲੱਗਦਾ ਹੈ ਹਰੇਕ ਇਹ ਕਰਦਾ ਹੈ। ਸੱਚ ਇਹ ਹੈ ਕਿ ਕਾਂਗਰਸ ਪਾਰਟੀ ਟਰਾਂਸਪੇਰੈਂਟ ਫੇਅਰ ਇੱਕ ਪ੍ਰੋਬ ਕਰ ਰਹੀ ਹੈ, ਸਿੱਟ ਬਣਾਈ ਗਈ ਹੈ, ਅਕਾਊਂਟੇਬਲ ਸਿੱਟ ਹੈ, ਟਰਾਂਸਪੇਰੈਂਸੀ ਨਾਲ ਸਭ ਕੁਝ ਹੋ ਰਿਹਾ ਹੈ, ਤੇ ਬਹੁਤ ਜਲਦ ਜਿਹੜਾ ਹੈਗਾ ਇਨਸਾਫ ਹੋਊਗਾ। ਮੈਂ ਇੱਕ ਚੀਜ਼ ਤੁਹਾਨੂੰ ਇੱਕ ਪੈਟਰਨ ਦਿਖਾਉਣਾ ਚਾਹਣਾ। ਵੱਡੇ ਬਾਦਲ ਸਾਹਿਬ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਤੁਸੀਂ ਸਿੱਟ ਮੂਹਰੇ ਪੇਸ਼ ਹੋ, ਕਹਿੰਦੇ ਕਿ ਮੇਰੀ ਤਬੀਅਤ ਠੀਕ ਨਹੀਂ। ਜਦੋਂ ਮਾਇਆਵਤੀ ਜੀ ਨਾਲ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਕਹਿ ਰਹੇ ਸੀ ਮੇਰੀ ਤਬੀਅਤ ਬਹੁਤ ਵਧੀਆ, ਤੁਸੀਂ ਆਓ, ਤੁਹਾਨੂੰ ਲੰਚ ਕਰਾਵਾਂਗੇ, ਤੁਹਾਨੂੰ ਖਾਣਾ ਖਵਾਵਾਂਗੇ। ਤੇ ਜਦੋਂ ਟਾਈਮ ਹੁੰਦਾ ਸਿੱਟ ਕੋਲੇ ਪੇਸ਼ ਹੋਣ ਦਾ, ਕੈਰੋਗੇ ਦਾ, ਉਦੋਂ ਇਹਨਾਂ ਨੂੰ ਖਰਾਬ ਹੋ ਜਾਂਦੀ ਹੈ। ਇਥੋਂ ਪਤਾ ਲੱਗਦਾ ਹੈ ਕਿ ਡਬਲ ਸਟੈਂਡਰਡਸ ਨੇ, ਦੇ ਬਲੋ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ, ਤੇ ਇਹਨੂੰ ਡਿਲੇ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਅਕਾਲੀ ਦਲ ਨੇ। ਸਿਰਫ ਇੱਥੇ ਨਹੀਂ,
ਕੋਰਟਸ ਦੇ ਵਿੱਚ ਵੀ ਜਿੱਥੇ ਕੋਰਟ ਕੇਸ ਚੱਲਦੇ ਨੇ ਟਾਈਮ ਐਂਡ ਅਗੇਨ ਐਗਜ਼ੈਂਪਸ਼ਨਸ ਮੰਗੀਆਂ ਜਾਂਦੀਆਂ, ਆਪਣਾ ਡਿਲੇ ਕੀਤਾ ਜਾਂਦਾ ਜਾਣਬੁੱਝ ਕੇ। ਹਰੇਕ ਤਰ੍ਹਾਂ ਦਾ ਹੱਥਕੰਡਾ ਜਿਹੜਾ ਹੈਗਾ ਅਕਾਲੀ ਦਲ ਅਪਣਾ ਰਿਹਾ। ਦੂਜਾ, ਸੁਖਬੀਰ ਬਾਦਲ ਸਾਹਿਬ ਨੇ ਬੈਕ ਇਨ ਦ ਡੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਨੂੰ ਦੱਸ ਦਿਓ ਕਿੱਥੇ ਆਵਾਂ, ਕਦੋਂ ਆਵਾਂ ਤੇ ਮੈਨੂੰ ਅਰੈਸਟ ਕਰ ਲਿਓ। ਹੁਣ ਜਦੋਂ ਪ੍ਰੋਬ ਹੋ ਰਹੀ ਹੈ, ਹੁਣ ਇਹਨਾਂ ਨੂੰ ਡਰ ਲੱਗ ਰਿਹਾ, ਬੌਖਲਾਹਟ ਹੈ, ਤੇ ਦੇਖੋ ਰੌਲਾ ਵੀ ਆਪ ਪਾ ਰਿਹਾ ਜਸਟ ਟੂ ਮੇਕ ਐਨ ਐਕਸਕਿਊਜ਼। ਕੱਲ ਜੇ ਇਹ ਚੀਜ਼ ਹੁੰਦੀ ਹੈ, ਫੇਅਰਲੀ ਹੁੰਦੀ ਹੈ, ਇਹਨਾਂ ਨੇ ਇੱਕ ਐਕਸਕਿਊਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਅਸੀਂ ਤਾਂ ਕਿਹਾ ਸੀਗਾ ਆ ਚੀਜ਼ ਕਰ ਰਹੇ ਹੈ, ਤਾਂ ਇਹ ਹੋਰ ਕੁਝ ਨਹੀਂ, ਇੱਕ ਪਲੋਏ ਹੈ, ਇੱਕ ਇਹਨਾਂ ਦੁਆਰਾ ਰਚਿਆ ਗਿਆ ਖੇਲ ਹੈ। ਇਹਨਾਂ ਕੋਲੇ ਹੁਣ ਜਾਣ ਨੂੰ ਕਿਤੇ ਰਾਹ ਨਹੀਂ ਹੈਗਾ, ਬਿਕੋਜ਼ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਵਾਕਈ ਇਹ ਚੀਜ਼ ਕੀਤੀ ਹੈ। ਦੈਟਸ ਵਾਈ ਦੇ ਹੈਵ ਬੀਨ ਬਲੋਇੰਗ ਹੌਟ ਐਂਡ ਕੋਲਡ ਐਟ ਦ ਸੇਮ ਟਾਈਮ। ਜੀ ਤੁਸੀਂ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਐਡਵੋਕੇਟ ਅਰਸ਼ਦੀਪ ਕਲੇਰ ਨੇ, ਸੋ ਅਰਸ਼ਪ੍ਰੀਤ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਜੇ ਜਾਂਚ ਕੀਤੀ ਹੈ ਸਹੀ ਢੰਗ ਨਾਲ ਨਹੀਂ ਕੀਤੀ, ਗ੍ਰਿਫਤਾਰੀਆਂ ਨਹੀਂ ਹੋਈਆਂ, ਪਰ ਇਹ ਕਹਿੰਦੇ ਨੇ ਕਿ ਜਿਹੜੀਆਂ ਮੈਕਸੀਮਮ ਗ੍ਰਿਫਤਾਰੀਆਂ ਹੋਈਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਨੇ। ਸੋ ਹੁਣ ਸਰਕਾਰ ਦੇ ਕੁਝ ਬਹੁਤ ਸੀਮਤ ਸਮਾਂ ਜਿਹੜਾ ਕਾਂਗਰਸ ਦਾ ਰਹਿ ਗਿਆ ਹੈ, ਕਿਉਂਕਿ 2022 ਦੀ ਇਲੈਕਸ਼ਨ ਆਉਣ ਵਾਲੀ ਹੈ ਔਰ ਇਲੈਕਸ਼ਨ ਕੋਡ ਵੀ ਲੱਗ ਜਾਣਾ ਹੈ। ਸੋ ਤੁਹਾਨੂੰ ਕੀ ਲੱਗਦਾ ਕਦੋਂ ਤੱਕ ਸੰਭਵ ਹੈ ਕਿ ਇਸ ਮਾਮਲੇ 'ਚ ਜਿਹੜੇ ਦੋਸ਼ੀ ਨੇ, ਅਸਲ ਦੋਸ਼ੀ ਨੇ, ਉਹਨਾਂ ਦੀਆਂ ਗ੍ਰਿਫਤਾਰੀਆਂ ਹੋ ਜਾਣਗੀਆਂ? ਜੀ ਦੇਖੋ, ਗ੍ਰਿਫਤਾਰੀ ਤਾਂ ਆਲਰੇਡੀ ਜਿਹੜੇ ਸੈਣੀ ਇਹਨਾਂ ਦੀ ਸਭ ਦੀਆਂ ਗ੍ਰਿਫਤਾਰੀਆਂ ਹੋਈਆਂ। ਦੇ ਆਰ ਆਲ ਔਨ ਬੇਲ, ex DGPs ਔਨ ਬੇਲ, IGs ਔਨ ਬੇਲ, SSPs ਔਨ ਬੇਲ, ਬਹੁਤ ਸਾਰੇ ਲੋਕ ਬੇਲ ਤੇ ਨੇ। ਅਸੀਂ ਜਦੋਂ ਬੈਕ ਇਨ ਦ ਡੇ ਹਾਈ ਕੋਰਟ ਨੇ ਇੰਟਰਵੀਨ ਕਰਕੇ ਸਿੱਟ ਨੂੰ ਕੁਐਸ਼ ਕੀਤਾ ਸੀਗਾ, ਪੰਜਾਬ ਸਰਕਾਰ ਨੇ ਜ਼ੋਰ ਲਾਇਆ ਸੀ ਉਦੋਂ ਵੀ, ਨਾਲੇ ਵਾਇਆ ਸਪੈਸ਼ਲੀ ਪਟੀਸ਼ਨ ਉਹਨੂੰ ਵੀ ਅਸੀਂ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ, ਤਾਂ ਕਿ ਪਹਿਲਾਂ ਵਾਲੀ ਸਿੱਟ ਦੀ ਚਾਰਜ ਸ਼ੀਟ ਹੀ ਕੰਸੀਡਰ ਹੋਵੇ, ਦੂਜੀ ਵਾਰੀ ਬਣਾਉਣ ਦੀ ਸਾਰਾ ਕੁਝ ਫੇਰ ਤੋਂ ਜ਼ੀਰੋ ਤੋਂ ਸਟਾਰਟ ਕਰਨ ਦੀ ਲੋੜ ਨਾ ਪਵੇ। ਲੇਕਿਨ ਦੂਜੀ ਵਾਰੀ ਫੇਰ ਸਿੱਟ ਬਣਾਈ, ਟਾਈਮ ਬਾਉਂਡ ਕੀਤਾ ਤੇ ਮੇਕ ਸ਼ੋਰ ਕੀਤਾ ਕਿ ਪ੍ਰੋਸੈਸ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ, ਬਣਦਾ ਇਨਸਾਫ ਪੰਜਾਬ ਨੂੰ ਦਿਵਾਇਆ ਜਾਵੇ। ਲੇਕਿਨ ਅਕਾਲੀ ਦਲ ਨੇ, ਮੈਂ ਤੁਹਾਨੂੰ ਜਿਵੇਂ ਦੱਸਿਆ, ਇਹਨਾਂ ਨੇ ਹਰੇਕ ਪੈਦਾ ਕਰਨ ਕੀਤੀ ਹੈ। ਦੋ ਗੱਲਾਂ ਕੀਤੀਆਂ ਕਿ ਬਾਦਲ ਸਾਹਿਬ ਉਹਦੀ ਡੇਟਾ ਲੈ ਲਈ। ਅਰਸ਼ਪ੍ਰੀਤ ਜੀ, ਅਰਸ਼ਦੀਪ ਕੁਝ ਕਹਿ ਰਹੇ ਨੇ। ਮੈਂ ਤਾਂ ਸਿੱਧਾ ਸਵਾਲ ਕਰਦਾ ਤੇਜਿੰਦਰ ਜੀ, ਇਹਨਾਂ ਨੇ ਹੁਣੀ ਚੈਨਲ ਦੇ ਉੱਤੇ ਕਿਹਾ ਕਿ ਬਾਦਲ ਸਾਹਿਬ ਹੋਰੀ ਜਾਣ ਕੇ ਡੇਟ ਲੈਂਦੇ ਨੇ, ਪੇਸ਼ ਨਹੀਂ ਹੁੰਦੇ, ਜਾਂ ਕੀ ਬਾਦਲ ਸਾਹਿਬ ਨੇ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿੱਟ ਦੇ ਨਾਲ ਕੋਆਪਰੇਟ ਕਰਨ ਤੋਂ ਨਾ ਕੀਤੀ? ਕਿਉਂਕਿ ਸਿੱਟ ਨੇ ਤਾਂ ਇਹ ਗੱਲ ਕਹੀ ਨਹੀਂ, ਇਹ ਤਾਂ ਖੜਿਆਲ ਸਾਹਿਬ ਕਹਿ ਰਹੇ ਨੇ। ਸਿੱਟ ਨੇ ਜਿੰਨੀ ਵਾਰੀ ਵੱਡੇ ਬਾਦਲ ਸਾਹਿਬ ਤੋਂ ਇਨਵੈਸਟੀਗੇਸ਼ਨ ਕੀਤੀ ਹੈ, ਵੱਡੇ ਬਾਦਲ ਸਾਹਿਬ ਤੋਂ ਇਨਵੈਸਟੀਗੇਸ਼ਨ ਹੋਈ ਹੈ, ਹਾਜ਼ਰ ਹੋਏ ਨੇ, ਸੁਖਬੀਰ ਬਾਦਲ ਸਾਹਿਬ ਹਾਜ਼ਰ ਹੋਏ ਨੇ, ਕਿਸੇ ਕੋਰਟ 'ਚ ਹਾਲੇ ਤੱਕ ਉਹਨਾਂ ਦੇ ਖਿਲਾਫ ਚਲਾਨ ਨਹੀਂ ਆਇਆ। ਸੋ ਕਿਸ ਬੇਸਿਸ ਤੇ ਕਹਿ ਰਹੇ ਨੇ ਕਿ ਅਸੀਂ ਕੋਰਟ ਦੇ ਵਿੱਚ ਤਰੀਕਾ ਲੈ ਰਹੇ ਹਾਂ? ਨੰਬਰ 1। ਦੂਜੀ ਜਿਹੜੀ ਇਹ ਗੱਲ ਕਹਿ ਰਹੇ ਨੇ, ਮੈਂ ਤਾਂ ਪੁੱਛਦਾ ਕਿ ਜਿਹੜੀ 21/10/2015 ਦੀ ਸਿੱਟ ਨੇ 10 ਪੁਲਿਸ ਮੁਲਾਜ਼ਮ ਬਾਈ ਨੇਮ ਕੀਤੇ ਸੀ, IPS ਸੋਹਤਾ ਸਾਹਿਬ ਜਿਹੜੇ ਕਾਂਗਰਸ ਦੇ ਅੱਜ ਦੇ DGP ਨੇ, ਉਹਦੇ ਚੋਂ 7 ਬੰਦੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਨੇ ਛੱਡਤੇ, ਉਹਦੀ ਕੋਈ ਰੀਜ਼ਨ ਨਹੀਂ ਦਿੱਤੀ ਗਈ। ਉਹਦਾ ਕਾਂਗਰਸ ਸਰਕਾਰ ਕੀ ਜਵਾਬ ਦਿੰਦੀ ਹੈ ਕਿ ਉਹ 7 ਬੰਦੇ ਕਿਸ ਬਿਨਾਹ ਤੇ ਛੱਡੇ ਸੀ? ਉਹਦੇ 'ਚ ਇੱਕ SP ਬਿਕਰਮਜੀਤ ਨੂੰ ਬਹਾਲ ਕਰ ਦਿੱਤਾ ਗਿਆ, ਉਹ ਕਿਸ ਬਿਆਨ ਤੇ ਕੀਤਾ ਗਿਆ? ਔਰ ਹੁਣ ਤਾਂ ਹਾਈ ਕੋਰਟ ਦੇ ਇੱਕ ਸਿਟਿੰਗ ਜੱਜ ਦੀ ਵਰਡਿੰਗ ਜਿਹੜੀ ਸੁਪਰੀਮ ਕੋਰਟ ਨੇ ਹਾਲੇ ਤੱਕ ਸਕ੍ਰੈਪ ਨਹੀਂ ਕੀਤੀ, ਔਰ ਸਰਕਾਰ ਦਾ 1 ਮਹੀਨਾ ਰਹਿ ਗਿਆ, ਜਿਨ੍ਹਾਂ ਨੇ ਬੜੇ ਸਪਸ਼ਟ ਤੌਰ ਤੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਇੱਕ ਸਿਆਸੀ ਜਾਂਚ ਕਰ ਰਿਹਾ ਸੀ, ਇੱਕ ਪੋਲੀਟੀਕਲ ਏਜੰਡਾ ਲੈ ਕੇ ਚੱਲ ਰਿਹਾ ਸੀ ਤੇ ਉਹ ਸਿਆਸੀ ਘੋੜਾ ਸੀ। ਸੋ ਆਪਾਂ ਕਿੱਥੇ ਗੱਲਾਂ ਕਰਦੇ ਆ? ਕਾਂਗਰਸ ਤਾਂ ਬੁਰੇ ਤਰੀਕੇ ਐਕਸਪੋਜ਼ ਹੋ ਗਈ। ਗੁਟਕਾ ਸਾਹਿਬ ਚੱਕ ਕੇ ਇਹਨਾਂ ਨੇ ਗੁਰੂ ਦੇ ਨਾਂ ਤੇ ਸਿਆਸਤ ਕੀਤੀ ਔਰ ਮੂੰਹ ਦੀ ਖਾਣੀ ਪਈ। ਔਰ ਅੱਜ ਜੋ ਕਾਂਗਰਸ ਦਾ ਹਾਲ ਹੈ, ਇਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੁਣੀ ਗਈ ਹੈ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਬੇਅਦਬੀ ਤੇ ਸਿਆਸਤ ਕਰਨ ਵਾਲਿਆਂ ਤੇ ਕਰਾਉਣ ਵਾਲਿਆਂ ਤੇ ਉਹਨਾਂ ਦਾ ਕੱਖ ਨਾ ਰਵੇ। ਕਲੇਰ ਸਾਹਿਬ ਨੇ ਕਿਹਾ ਕਿ ਡਿਲੇ ਕੋਈ ਨਹੀਂ ਹੋਇਆ। ਜਦੋਂ ਬਾਦਲ ਸਾਹਿਬ ਨੂੰ ਸਿੱਟ ਨੇ ਕਿਹਾ ਸੀਗਾ ਕਿ ਤੁਹਾਡੇ ਨਾਲ ਤੁਹਾਨੂੰ ਇੰਟਰੋਗੇਟ ਕਰਨਾ, ਸਿੱਟ ਨੇ ਸਮਨ ਕੀਤਾ ਸੀਗਾ, ਦੱਸੋ ਉਹ ਪੇਸ਼ ਹੋਏ ਸੀਗੇ? ਦੱਸੋ ਇਸ ਚੀਜ਼ ਦਾ ਜਵਾਬ ਦਿਓ। ਪਹਿਲੀ ਵਾਰੀ ਯਾਰ ਵਕੀਲ ਹੋ ਕੇ ਕਿੰਨਾ ਗਲਤ ਸ਼ਬਦ ਯੂਜ਼ ਕਰ ਰਹੇ ਨੇ। ਇਹਨਾਂ ਨੂੰ ਪੁੱਛੋ, ਵਕੀਲ ਨੇ ਇਹਨਾਂ ਨੂੰ ਪੁੱਛੋ ਕਿ ਕਿਸੇ ਬੰਦੇ ਨੂੰ ਜਿੰਨਾ ਚਿਰ ਨਾਮਜ਼ਦ ਨਾ ਕੀਤਾ ਹੋਵੇ ਉਹਨੂੰ ਇੰਟਰੋਗੇਟ ਹੋ ਸਕਦਾ ਹੋ? ਖੜਿਆਲ ਸਾਹਿਬ ਤੁਸੀਂ ਕਿੱਦਾਂ ਦੇ ਸ਼ਬਦ ਵਰਤ ਰਹੇ ਹੋ? ਬਾਦਲ ਸਾਹਿਬ ਨੂੰ ਇੰਟਰੋਗੇਟ ਕਰਨਾ ਸੀ? ਇੰਟਰੋਗੇਟ ਪਤਾ ਕਦੋਂ ਹੁੰਦਾ? ਇੰਟਰੋਗੇਟ ਕਸਟਡੀ 'ਚ ਲੈਣ ਤੋਂ ਬਾਅਦ ਹੁੰਦਾ ਬੰਦਾ। ਸੋ ਘੱਟੋ ਘੱਟ ਆਪਣੇ ਸ਼ਬਦਾਂ ਦੀ ਇੱਕ ਮਰਿਆਦਾ ਰੱਖੋ। ਔਰ ਬਾਦਲ ਸਾਹਿਬ CRPC ਦੇ ਮੁਤਾਬਕ ਹੀ, ਤੁਹਾਡੀ CRPC ਦੇ ਪ੍ਰੋਵੀਜ਼ਨਸ ਕਹਿੰਦੇ ਆ ਕਿ ਜਿਹੜਾ ਬੰਦਾ 올ਡ ਏਜ ਦੇ ਵਿੱਚ ਹੈ ਉਹਨੂੰ ਥਾਣੇ ਨਹੀਂ ਬੁਲਾਇਆ ਜਾਂਦਾ, ਉਹਦੇ ਘਰੇ। ਯਾਰ ਬਾਦਲ ਸਾਹਿਬ 95 ਇਅਰਸ ਦੇ ਨੇ। ਸੋ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਵਕੀਲ ਹੋ ਕੇ? ਇਹ ਤਾਂ ਮੈਨੂੰ ਹੈਰਾਨੀ ਹੈ ਕਿ ਵਕੀਲ ਹੋ ਕੇ ਕਾਂਗਰਸ ਪਾਰਟੀ ਦੇ ਪ੍ਰਵਕਤਾ ਇਹ ਬੇਸਲੈਸ ਗੱਲਾਂ ਵਿੱਚ ਪਏ ਹੋਏ ਨੇ। ਜਦੋਂ ਸਿੱਟ ਨੇ ਸਮਨ ਕੀਤਾ ਸੀਗਾ ਬਾਦਲ ਸਾਹਿਬ ਨੂੰ, ਐਗਜ਼ੈਂਪਸ਼ਨ ਕਿਉਂ ਲਈ?
ਕਿਉਂ ਕਿਹਾ ਵੀ ਮੇਰੀ ਸਿਹਤ ਠੀਕ ਨਹੀਂ, ਤੇ ਕਿਉਂ ਪਹਿਲਾਂ ਮਾਇਆਵਤੀ ਜੀ ਨੂੰ ਕਹਿ ਕੇ ਹਟੇ ਸੀ ਮੇਰੀ ਸਿਹਤ ਬਹੁਤ ਨਹੀਂ ਨਹੀਂ ਇਹ ਚੀਜ਼ ਤਾਂ ਦੱਸ ਦਿਓ। ਮੈਨੂੰ ਦੱਸੋ ਜੀ, ਬਾਦਲ ਸਾਹਿਬ ਕੋਲੋਂ ਸਿੱਟ ਜਾ ਕੇ ਨਹੀਂ ਆਈ? ਜਿੱਦਣ ਤੁਸੀਂ ਰਿਟਾਇਰਡ ਅਫਸਰ ਨੂੰ ਉੱਥੇ ਇਨਪਰਸੋਨੇਟ ਕਰਕੇ ਡੀਐਸਪੀ ਬਣਾ ਕੇ ਲੈ ਕੇ ਗਏ ਸੀ, ਉਹ ਕਿਉਂ ਗਏ ਸੀ ਫਿਰ? ਜਿਹੜਾ ਇੱਕ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਇਨਪਰਸੋਨੇਟ ਕਰਕੇ ਡੀਐਸਪੀ ਬਣਾ ਕੇ ਲੈ ਕੇ ਗਏ, ਤੇ ਅੱਜ ਤੁਸੀਂ ਕਹਿੰਦੇ ਹੋ ਕਿ ਬਾਦਲ ਸਾਹਿਬ ਕੋਲੇ ਇਨਵੈਸਟੀਗੇਸ਼ਨ ਨਹੀਂ ਹੋਈ। ਕਿਉਂ ਨਹੀਂ ਹੋਈ? ਘਰ ਜਾ ਕੇ ਹੋਈ ਹੈ ਇਨਵੈਸਟੀਗੇਸ਼ਨ। ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ? ਕਿਉਂ ਝੂਠ ਬੋਲ ਰਹੇ ਹੋ? ਐਗਜ਼ੈਂਪਸ਼ਨ ਲਾਈ ਹੈ ਕਿ ਨਹੀਂ ਲਾਈ ਪਰਸਨਲ ਅਪੀਅਰੈਂਸ ਤੋਂ? ਅਸੀਂ ਫਰੀਦਕੋਟ ਕੋਰਟ ਦੇ ਵਿੱਚ ਕਿਹੜੀ ਐਗਜ਼ੈਂਪਸ਼ਨ ਲਾਈ ਹੈ ਜੀ ਬਾਦਲ ਸਾਹਿਬ ਦੀ? ਤੁਹਾਨੂੰ ਮੈਂ ਕਹਿੰਦਾ ਤੁਹਾਨੂੰ ਫੈਕਟ ਦਾ ਹੀ ਨਹੀਂ ਪਤਾ। ਬਾਦਲ ਸਾਹਿਬ ਨੇ ਕਿਹੜੀ ਐਗਜ਼ੈਂਪਸ਼ਨ ਲਾਈ ਹੈ ਜੀ ਫਰੀਦਕੋਟ ਕੋਰਟ ਦੇ ਵਿੱਚ? ਖੜਿਆਲ ਸਾਹਿਬ ਆਪਣੇ ਰਿਕਾਰਡ ਨੂੰ ਚੈੱਕ ਕਰੋ, ਕਿਹੜੀ ਐਗਜ਼ੈਂਪਸ਼ਨ ਹੈ ਜੀ? ਕਿਹੜੀ ਲਾਈ ਬਾਦਲ ਸਾਹਿਬ ਨੇ, ਦੱਸੋ। ਮੈਂ ਇਹਨਾਂ ਨੇ ਇੱਕ ਚੀਜ਼ ਇੱਕ ਮਿੰਟ ਮਨਤਾਰ ਬਰਾੜ ਕਿਹਨਾਂ ਦੀ? ਹੋਏ ਸੀਗੇ ਨਾ, ਕੀ ਕੌਣ ਚਲਾਨ ਹੋਇਆ ਜੀ? ਕੌਣ ਚਲਾਨ ਹੋਇਆ ਜੀ? ਮਨਤਾਰ ਬਰਾੜ ਸਾਹਿਬ। ਮੈਂ ਤੁਸੀਂ ਕਦੇ ਮਨਤਾਰ ਬਰਾੜ ਤੇ ਆ ਜਾਂਦੇ ਹੋ, ਕਦੇ ਬਾਦਲ ਸਾਹਿਬ ਤੇ ਆ ਜਾਂਦੇ ਹੋ। ਤੁਸੀਂ ਬਾਦਲ ਸਾਹਿਬ ਕਦੇ ਚਲਾਨ ਹੋਏ ਨੇ? ਤੁਸੀਂ ਆਪਣਾ ਰਿਕਾਰਡ ਸਟ੍ਰੇਟ ਕਰੋ। ਕੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਚਲਾਨ ਹੋਏ ਨੇ? ਦੱਸੋ, ਲੋਕਾਂ ਨੂੰ ਦੱਸੋ। ਮਨਤਾਰ ਬਰਾੜ ਦੱਸੋ। ਮਨਤਾਰ ਬਰਾੜ ਵਾਲੀ ਤਾਂ ਹਾਈ ਕੋਰਟ ਨੇ ਤੁਹਾਡੀ ਸਕ੍ਰੈਪ ਕਰਤੀ। ਤੁਹਾਡੀ ਹਾਈ ਕੋਰਟ ਨੇ ਸਕ੍ਰੈਪ ਕਰਤੀ। ਉਹ ਤਾਂ ਮਨਤਾਰ ਬਰਾੜ ਦੀ ਗੱਲ ਮਨਤਾਰ ਬਰਾੜ ਦੱਸਣਗੇ। ਤੁਸੀਂ ਦੇਖੋ ਜੀ ਫੇਰ ਝੂਠ। ਖੜਿਆਲ ਸਾਹਿਬ ਤੁਸੀਂ ਬਾਦਲ ਸਾਹਿਬ ਦਾ ਨਾਮ ਲਿਆ ਸੀ ਕਿ ਬਾਦਲ ਸਾਹਿਬ ਦਾ ਨਾਮ ਲਿਆ ਨੇ। ਸੋ ਕਲੇਰ ਸਾਹਿਬ ਕਹਿ ਰਹੇ ਨੇ ਨਾ ਸੁਖਬੀਰ ਬਾਦਲ ਤੇ ਨਾ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦਾ ਕੋਈ ਚਲਾਨ ਹੈ ਜਿਹੜਾ ਉਹ ਪੇਸ਼ ਨਹੀਂ ਕੀਤਾ ਗਿਆ ਫਰੀਦਕੋਟ ਕੋਰਟ ਦੇ ਵਿੱਚ। ਤੇ ਇਹਦੀ ਅਸਲ ਸੱਚਾਈ ਕੀ ਹੈ? ਇਹ ਕਹਿ ਰਹੇ ਆ ਕਿ ਕਦੇ ਤੁਸੀਂ ਮਨਤਾਰ ਬਰਾੜ ਤੇ ਆ ਜਾਂਦੇ ਹੋ, ਕਦੇ ਤੁਸੀਂ ਬਾਦਲ ਸਾਹਿਬ ਦੀ ਗੱਲ ਕਰਦੇ ਹੋ ਜਾਂ ਸੁਖਬੀਰ ਬਾਦਲ ਦੀ ਗੱਲ ਕਰ ਰਹੇ ਹੋ। ਸੋ ਇੱਕ ਚੀਜ਼ ਕਲੈਰੀਫਾਈ ਕਰ ਦਿੰਦਾ, ਮਨਤਾਰ ਬਰਾੜ ਚਲਾਨ ਹੋਏ ਸੀ, ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ। ਸਿੱਟ ਵਾਲੇ ਮੈਂ ਬਾਦਲ ਸਾਹਿਬ ਦੀ ਗੱਲ ਕਰ ਰਿਹਾ ਸੀ, ਪੇਸ਼ ਨਹੀਂ ਹੋਏ, ਐਗਜ਼ੈਂਪਸ਼ਨ ਲਾਉਣ ਦੀ ਕੋਸ਼ਿਸ਼ ਕੀਤੀ। ਮਨਤਾਰ ਬਰਾੜ ਚਲਾਨ ਹੋਏ, ਉਹਨਾਂ ਨੇ ਐਗਜ਼ੈਂਪਸ਼ਨਸ ਫਾਈਲ ਕੀਤੇ, ਪਰਸਨਲ ਅਪੀਅਰੈਂਸ ਤੋਂ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਾਰੀ ਜਿੰਦਰ ਜੀ ਫੇਰ ਝੂਠ ਮਾਰ ਰਹੇ ਨੇ। ਉਹ ਤਾਂ ਹਾਈ ਕੋਰਟ ਸਕ੍ਰੈਪ ਕਰ ਚੁੱਕੀ ਉਹ ਇਨਵੈਸਟੀਗੇਸ਼ਨ ਤਾਂ। ਕੀ ਅੱਜ ਮਨਤਾਰ ਬਰਾੜ ਦੇ ਖਿਲਾਫ ਕੋਈ ਚਲਾਨ ਹੈਗਾ? ਦੱਸੋ। ਫਰੀਦਕੋਟ ਕੋਰਟ ਦੇ ਵਿੱਚ ਮਨਤਾਰ ਬਰਾੜ ਦੇ ਖਿਲਾਫ ਕੋਈ ਚਲਾਨ ਹੈਗਾ? ਉਹ ਤਾਂ ਹਾਈ ਕੋਰਟ ਨੇ ਤੁਹਾਡੇ ਚਲਾਨ ਹੀ ਸਕ੍ਰੈਪ ਕਰਤੇ ਸਾਰੇ। ਦੱਸੋ ਹੁਣ, ਜਵਾਬ ਦਿਓ ਪੰਜਾਬ ਨੂੰ। ਦੇਖੋ ਗੁੰਮਰਾਹ ਕਿਸ ਤਰੀਕੇ ਨਾਲ ਕਰਦੇ ਨੇ। ਗਲਤ ਕੰਮ ਕੀਤਾ, ਸਾਨੂੰ ਉਹਦੀ ਸਜ਼ਾ ਭੁਗਤਣੀ ਪੈ ਜਾਊਗੀ, ਤਾਂ ਕਰਕੇ ਇਹ ਚੀਜ਼ ਕਰਦੇ ਰਹੇ ਆ। ਤੇ ਇਹਨਾਂ ਕੋਲ ਇਸ ਚੀਜ਼ ਦਾ ਜਵਾਬ ਕੋਈ ਨਹੀਂ ਹੈਗਾ ਵੀ ਮਨਤਾਰ ਬਰਾੜ ਸਾਹਿਬ ਵਾਲੇ। ਮੈਂ ਤਾਂ ਕਹਿ ਰਿਹਾ ਹਾਈ ਕੋਰਟ ਸਕ੍ਰੈਪ ਕਰ ਚੁੱਕੀ ਹੈ। ਖੜਿਆਲ ਸਾਹਿਬ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਬਰਗਾੜੀ ਬਾਈਬਲ ਕਲਾਂ ਦਾ ਰਿਕਾਰਡ ਪੜ੍ਹ ਲਓ, ਕਿਉਂਕਿ ਵਕੀਲ ਹੋ ਕੇ ਗਲਤ ਬਿਆਨੀ ਤੁਹਾਨੂੰ ਸ਼ੋਭਦੀ ਨਹੀਂ। ਕੱਲ ਨੂੰ ਤੁਹਾਨੂੰ ਇਹਦਾ ਪ੍ਰੋਫੈਸ਼ਨ 'ਚ ਵੀ ਨੁਕਸਾਨ ਹੈ। ਸੋ ਹਾਈ ਕੋਰਟ ਸਕ੍ਰੈਪ ਕਰ ਚੁੱਕੀ ਹੈ, ਤੁਸੀਂ ਧਿਆਨ ਨਾਲ ਪੜੋ, ਉਹ ਤੋਂ ਬਾਅਦ ਤੁਸੀਂ ਮੇਰੇ ਨਾਲ ਬਹਿਸੋ ਇਸ ਗੱਲ ਦੇ ਉੱਤੇ। ਹਾਈ ਕੋਰਟ ਸਕ੍ਰੈਪ ਕਰ ਚੁੱਕੀ ਹੈ ਭਾਈ ਸਾਹਿਬ। ਉਹ ਸੁਪਰੀਮ ਕੋਰਟ ਨੇ ਸਟੇ ਨਹੀਂ ਕੀਤਾ ਆਰਡਰ। ਉਹ ਸੁਪਰੀਮ ਕੋਰਟ ਨੇ ਸਟੇ ਨਹੀਂ ਕੀਤਾ ਆਰਡਰ। ਤੁਹਾਡੀ ਇਨਵੈਸਟੀਗੇਸ਼ਨ ਹੈਜ਼ ਗੋਨ ਵਿਦ ਦਾ ਵਿੰਡ। ਤੁਹਾਡੀ ਇਨਵੈਸਟੀਗੇਸ਼ਨ ਨੂੰ ਸਿਆਸਤ ਨਾਲ ਪ੍ਰੇਰਿਤ ਦੱਸ ਦਿੱਤਾ ਗਿਆ। ਉਹ ਸੁਪਰੀਮ ਕੋਰਟ ਨੇ ਸਟੇ ਨਹੀਂ ਕੀਤਾ ਆਰਡਰ ਹਲੇ। ਕੋਸ਼ ਨਹੀਂ ਹੋਈ, ਮੇਰੀ ਗੱਲ ਸੁਣ ਲਓ। ਮੈਂ ਨਹੀਂ ਕਹਿ ਰਿਹਾ ਕੋਸ਼ ਨਹੀਂ ਹੋਈ, ਕੋਸ਼ ਹੋਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਕੋਸ਼ ਹੋਣ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਜਦੋਂ ਸੀਗੇ ਚਲਾਨ ਉਦੋਂ ਦੱਸੋ ਐਪਲੀਕੇਸ਼ਨਸ ਲੱਗੀਆਂ ਕਿ ਨਹੀਂ ਲੱਗੀਆਂ? ਜਿਹੜੀ ਇਨਵੈਸਟੀਗੇਸ਼ਨ ਕੁਆਸ਼ ਹੋ ਗਈ। ਮੈਂ ਖੜਿਆਲ ਸਾਹਿਬ ਮੈਂ 22 ਤਰੀਕ ਤੇ ਆਉਣਾ ਕਿ 22 ਅਕਤੂਬਰ ਨੂੰ ਜਿਹੜੇ ਅਕਾਲੀ ਦਲ ਦੋਸ਼ ਲਾ ਰਿਹਾ ਹੈ ਕਾਂਗਰਸ ਤੇ ਕਿ ਇੱਕ ਜਿਹੜੀ ਹੈ ਸਾਜ਼ਿਸ਼ ਰਚੀ ਗਈ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਰਾਜ ਭਵਨ ਦੇ ਨੇੜੇ ਜਿਹੜੇ ਗੈਸਟ ਹਾਊਸ 'ਚ ਬਹਿ ਕੇ। ਸੋ ਉਹਦੀ ਅਸਲ ਸੱਚਾਈ ਕੀ ਹੈ? ਇਹ ਦੇਖੋ ਡਿਫਲੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਬੌਖਲਾਹਟ ਹੈ ਅਕਾਲੀ ਦਲ ਦੀ। ਇਹਦਾ ਤਾਂ ਕੁਝ ਨਹੀਂ ਹੋਇਆ। ਬਾਦਲ ਸਾਹਿਬ ਪ੍ਰੋਬੇਬਲੀ ਮੀਟਿੰਗਾਂ ਕਰਕੇ ਕਨਸਪੀਰੇਸੀ ਕਰਨ ਦੀ ਕੋਸ਼ਿਸ਼ ਕਰਦੇ ਸੀ, ਜੋ ਉਹਨਾਂ ਨੂੰ ਲੱਗਦਾ ਦੂਜੀ ਪਾਰਟੀਆਂ ਵੀ ਐ ਕਰਦੀ ਹੈ। ਇਹਦਾ ਤਾਂ ਕੁਝ ਨਹੀਂ ਹੈਗਾ। ਫੇਅਰ ਪ੍ਰੂਵ ਹੈ, ਟਰਾਂਸਪੇਰੈਂਟ ਪ੍ਰੂਵ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਫੈਸਲਾ ਹੋਊਗਾ। ਮੇਰਾ ਸਿਰਫ ਇੱਕ ਸਵਾਲ ਹੈ ਇਹਨਾਂ ਨੂੰ, ਇਹਨਾਂ ਨੇ ਐਪਲੀਕੇਸ਼ਨ ਸਿੱਟ ਕੋਲ ਕਿਉਂ ਲਾਈਆਂ ਐਗਜ਼ੈਂਪਸ਼ਨ ਦੀਆਂ ਕੋਰਟ ਦੇ ਵਿੱਚ ਮਨਤਾਰ ਬਰਾੜ ਦੀਆਂ ਬਿਫੋਰ ਹੀ ਵਾਸ ਟੇਕਨ ਆਊਟ? ਚਲਾਨ ਕੁਆਸ਼ ਹੋਣ ਤੋਂ ਪਹਿਲਾਂ ਜਦੋਂ ਉਹਨਾਂ ਦਾ ਨਾਮ ਸੀਗਾ ਉਦੋਂ ਦੱਸੋ ਐਪਲੀਕੇਸ਼ਨ ਝੂਠ ਜੀ। ਨਾ ਅਸੀਂ ਸਿੱਟ ਕੋਲ ਐਗਜ਼ੈਂਪਸ਼ਨ ਮੂਵ ਕੀਤੀ, ਅਸੀਂ ਸਿਰਫ ਇੱਕ ਐਪਲੀਕੇਸ਼ਨ ਸਿੱਟ ਨੂੰ ਭੇਜੀ ਕਿ ਉਹਨਾਂ ਦੀ ਉਮਰ ਨੂੰ ਧਿਆਨ 'ਚ ਰੱਖਦੇ ਹੋਏ ਔਰ ਕਰੋਨਾ ਨੂੰ ਧਿਆਨ 'ਚ ਰੱਖਦੇ ਹੋਏ ਉਹਨਾਂ ਦੀ ਇਨਵੈਸਟੀਗੇਸ਼ਨ ਘਰੇ ਕੀਤੀ ਜਾਵੇ। ਹੋਗੀ ਜਾਂ ਤਾਂ ਸਰਕਾਰ ਕੋਈ ਆਪੱਤੀ ਜਤਾਉਂਦੀ, ਉਦੋਂ ਸਿੱਟ ਆਪੱਤੀ ਜਤਾਉਂਦੀ। ਇਹ ਮੈਂ ਹੈਰਾਨੀ ਹੈ ਕਿ ਕਾਂਗਰਸ ਗੱਲਾਂ ਕਹੀ ਜਿਹੀਆਂ ਕਰ ਰਹੀ ਹੈ। ਤੁਸੀਂ ਕਹਿ ਦਿੰਦੇ ਵੀ ਨਹੀਂ ਜੀ ਅਸੀਂ ਘਰੇ ਨਹੀਂ ਕਰਨੀ, ਅਸੀਂ ਪੇਸ਼ ਹੋ ਜਾਂਦੇ। ਤੁਸੀਂ ਘਰੇ ਆ ਗਏ ਔਰ ਘਰੇ ਆ ਕੇ ਤੁਸੀਂ ਉਹ ਉੱਥੇ ਜਾ ਕੇ ਉੱਥੇ ਵੀ ਲਾਅ ਨੂੰ ਛਿੱਟੇ ਟੰਗਿਆ ਕਿ ਤੁਸੀਂ ਇੱਕ ਰਿਟਾਇਰਡ ਪ੍ਰੋਸੀਕਿਊਸ਼ਨ ਡਾਇਰੈਕਟਰ ਨੂੰ ਡੀਐਸਪੀ ਬਣਾ ਕੇ ਲੈ ਗਏ, ਜਿਹਨੇ ਬਾਅਦ ਚ ਸਿੱਟ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਉਹਦਾ ਜਵਾਬ ਦਿਓ ਲੋਕਾਂ ਨੂੰ। ਕੁਝ ਨਹੀਂ ਸੀਗਾ। ਜਿਹੜੇ ਵਰਮਾ ਸਾਹਿਬ ਨੇ ਉਹਨਾਂ ਨੇ ਕਲੀਅਰ ਕੱਟ ਕੀਤਾ। ਅਨੁਰਾਗ ਵਰਮਾ ਸਾਹਿਬ ਕਹਿੰਦੇ ਪ੍ਰੀਪੋਸਚਰਸ ਐਲੀਗੇਸ਼ਨਸ ਹੈ, ਕੋਈ ਦਮ ਨਹੀਂ ਹੈਗਾ ਐਲੀਗੇਸ਼ਨ ਦੇ ਵਿੱਚ। ਪਰਮਾਰ ਸਾਹਿਬ ਨੇ ਕਲੀਅਰ ਕੀਤਾ ਕਿ ਕੋਈ ਐਲੀਗੇਸ਼ਨ ਦੇ ਵਿੱਚ ਦਮ ਨਹੀਂ ਹੈਗਾ।
ਇਹ ਸਾਡੇ ਤੇ ਇਲਜ਼ਾਮ ਤਾਂ ਲਾਉਂਦੇ ਹੁੰਦੇ ਸੀਗੇ, ਬਿਊਰੋਕਰੈਟਸ ਵੀ ਨਹੀਂ ਬਖਸ਼ਦੇ, ਇਹ ਪੁਲਿਸ ਵਾਲੇ ਵੀ ਨਹੀਂ ਬਖਸ਼ਦੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਬਿਊਰੋਕਰੈਟ, ਇੱਕ ਪੁਲਿਸ ਵਾਲੇ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇ ਸ਼ੁਡ ਗੈਟ देयर फैक्ट्स स्ट्रेट, ਬਿਕੋਜ਼ ਉਹਨਾਂ ਨੇ ਇੱਕ ਫੇਅਰ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ। ਸ਼ਰਮ ਕਾਂਗਰਸ ਦੀ ਸਰਕਾਰ ਨੂੰ ਆਉਣੀ ਚਾਹੀਦੀ ਹੈ, ਜਿਹੜੀ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕਰਦੀ ਹੈ, षड्यंत्र रचती है। और हाई कोर्ट ने षड्यंत्र बेनकाब किए और पहली बार होया होना कि किसी सरकार के खिलाफ, किसी अफसर के खिलाफ इन्नियां टिप्पणियां हुई ने। सो शर्म मैनू लगता है कि मौजूदा कांग्रेस सरकार नूं करनी चाहिए और लोगों तो माफी मंगनी चाहिए। इन्होंने जिहड़ा इल्जाम लाया, इन्हां नूं पुछो किहड़े बंदे ने तुहानूं इह चीज़ कही है, अगे आवे वो बंदा, अगे आवे, क्योंकि ये तां मीटिंग्स अपना बैठे नहीं सीगे। किहड़े बंदे ने की अगे आवे, वो दसो कौन है। ਸੋ ਖੜਿਆਲ ਸਾਹਿਬ, ਰਣਬੀਰ ਸਿੰਘ ਖੱਟੜਾ ਜਿਹੜੇ ਸਾਬਕਾ ਆਈਜੀ ਨੇ, ਉਹ ਇਸ ਮੀਟਿੰਗ ਦਾ ਪਾਰਟ ਨਹੀਂ ਸੀ ਜਿਹੜੀ 22 ਤਰੀਕ ਨੂੰ ਹੋਈ ਹੈ? ਨਹੀਂ, ਦੇਖੋ ਮੈਂ ਤੁਹਾਨੂੰ ਉਹੀ ਕਹਿ ਰਿਹਾ, ਇਹ ਇੱਕ षड्यंत्र ਹੈ ਇਹਨਾਂ ਦਾ, ਇਹ ਡਿਫਲੈਕਟ ਕਰਨਾ ਚਾਹ ਰਿਹਾ। ਲੋਕ ਸਮਝਦੇ ਇਸ ਚੀਜ਼ ਨੂੰ। ਅਕਾਲੀ ਦਲ ਕੋਲ ਮੁੱਦੇ ਨਹੀਂ ਹੁਣ ਹੈਗੇ, ਅਕਾਲੀ ਦਲ ਕਮਜ਼ੋਰ ਹੋਇਆ ਪਿਆ, ਅਕਾਲੀ ਦਲ ਦੀ ਬੌਖਲਾਹਟ ਹੈ ਜਿਹੜਾ ਇਹ ਘਮਾਉਣ ਦੀ ਕੋਸ਼ਿਸ਼ ਕਰ ਰਿਹਾ। ਕਿ ਕਿਸੇ ਨੇ ਘੁੰਮਣਾ ਨਹੀਂ, ਇਨਸਾਫ ਹੋ ਕੇ ਰਹੂਗਾ ਤੇ ਜਿਹੜਾ ਬਣਦੀ ਸਜ਼ਾ ਹੈ ਉਹ ਅਕਾਲੀ ਦਲ ਦੇ ਜੇ ਕਿਸੇ ਲੀਡਰ ਨੇ ਕੁਝ ਕੀਤਾ ਹੋਊਗਾ ਉਹਨੂੰ ਮਿਲੂਗੀ, ਜੇ ਨਹੀਂ ਕੀਤਾ ਹੋਊਗਾ ਨਹੀਂ ਮਿਲੂਗੀ। ਤੁਸੀਂ ਬੌਖਲਾਉਣੇ, ਤੁਸੀਂ ਡਰਦੇ ਕਿਉਂ? ਇਹਨਾਂ ਬਿਆਨ ਦਿੰਦੇ ਹੋ, ਪ੍ਰੈਸ ਕਾਨਫਰੰਸਿਸ ਕਰਦੇ ਹੋ, ਕੋਰਟ ਤੇ ਭਰੋਸਾ ਰੱਖੋ, ਜੁਡੀਸ਼ਰੀ ਤੇ ਭਰੋਸਾ ਰੱਖੋ, ਤੁਸੀਂ ਤਾਂ ਵਕੀਲ ਹੋ, ਤੁਹਾਨੂੰ ਡਰਨ ਦੀ ਕੀ ਲੋੜ ਹੈ? ਤੁਸੀਂ ਅਕਾਲੀ ਦਲ ਦੇ ਲੀਡਰ ਦੀ ਗੱਲ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਇਹ ਖਦਸ਼ਾ ਹੈਗਾ ਕਿ ਅਕਾਲੀ ਦਲ ਦਾ ਲੀਡਰ ਹੋ ਸਕਦਾ ਇਹਦੇ ਪਿੱਛੇ? देखो मैं सिंपल जी चीज कहना है, जो भी अक्यूज्ड होगा, जे मैं कहना सिट ने जिवें भी प्रोब कीती है, फेयर प्रोब कीती है, ट्रांसपेरेंट कीती है, जे ना भी करती फॉर द सेक ऑफ आर्गूमेंट्स, कोर्ट दे विच तां जाके वो चीज दुध दा दुध ते पानी दा पानी होऊगा। जुडिशरी दे विच तां ट्रस्ट है, हो गया ਜਿਹੜੀ ਪਹਿਲਾਂ षड्यंत्र रचिਆ ਸੀ ਹਾਈ ਕੋਰਟ 'ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਇਆ। ਸਕ੍ਰੈਪ ਹੋਈ ਕਿ ਨਹੀਂ ਹੋਈ? 80 ਟਿੱਪਣੀਆਂ ਹੋਈਆਂ ਕਿ ਨਹੀਂ ਹੋਈਆਂ? ਜਾਂਚ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਕਿ ਨਹੀਂ ਦੱਸਿਆ ਕੋਰਟ ਨੇ? ਉਰੇ ਕੋਰਟਾਂ ਤੇ ਹੀ ਭਰੋਸਾ ਹੈ। ਨਹੀਂ, ਕਾਂਗਰਸ ਦੀ ਸਰਕਾਰ ਨੇ ਤਾਂ ਹਰ ਸਾਰੀਆਂ ਹੱਦਾਂ षड्यंत्र ਰਚਣ ਦੀਆਂ ਟਾਪੀ ਰੱਖੀਆਂ ਨੇ। ਤਜਿੰਦਰ ਜੀ ਖੜਿਆਲ ਸਾਹਿਬ, ਸੋ ਕਾਂਗਰਸ ਸਰਕਾਰ ਹੈ ਜਿਹੜੀ, ਉਹ ਜੇ ਹਾਈ ਕੋਰਟ 'ਚ ਜਿਹੜੇ ਕੇਸ ਪੈਂਡਿੰਗ ਪਏ ਨੇ, ਸੋ ਕਾਂਗਰਸ ਅਕੋਰਡਿੰਗ ਟੂ ਦਾ ਹਾਈ ਕੋਰਟ ਚੱਲੇਗੀ ਜਾਂ ਜਿਹੜੀ ਕਾਂਗਰਸ ਸਰਕਾਰ ਹੈ, ਕਿਉਂਕਿ ਇਹ ਪੰਜਾਬ ਦੇ ਲੋਕਾਂ ਲਈ ਵੀ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਲਈ ਵੀ ਇਹ ਇਸ ਵੇਲੇ ਦਾ ਮੁੱਖ ਮੁੱਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣੀ। ਸੋ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਸਰਕਾਰ ਦੇ ਕੁਝ ਦਿਨ ਰਹਿ ਗਏ ਤੇ ਬਹੁਤ ਕਾਹਲੀ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੋਵੇ ਉਹਨੂੰ? नहीं, ਇਹਦਾ ਤਾਂ ਕੁਝ ਵੀ ਨਹੀਂ ਹੈਗਾ। ਦੇਖੋ ਤੁਸੀਂ ਇੱਕ ਚੀਜ਼, ਕਿ ਸਰਕਾਰ ਨੇ ਕੋਈ ਐਸੀ ਕਮੀ ਪੇਸ਼ੀ ਨਹੀਂ ਸਾਡੇ ਵੱਲੋਂ ਰਹੀ। ਅਸੀਂ ਵੀ ਹੈਵ ਲੈਫਟ ਨੋ ਸਟੋਨ ਅਨਟਰਨਡ। ਅਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ, ਸਿਟ ਪੌਇੰਟ ਟਾਈਮ ਤੋਂ ਪਹਿਲਾਂ ਬਣਾਈ, ਉਹਨੂੰ ਟਾਈਮ ਬਾਉਂਡ ਕੀਤਾ ਵੀ ਚਲਾਨ ਇਸ ਟਾਈਮ ਤੋਂ ਪਹਿਲਾਂ ਪੇਸ਼ ਹੋਣਾ ਚਾਹੀਦਾ ਹੈ। ਚਲਾਨ ਪੇਸ਼ ਹੋਇਆ, ਹਾਈ ਕੋਰਟ ਨੇ ਇੰਟਰਵੀਨ ਕੀਤਾ, ਉਸ ਚੀਜ਼ ਨੂੰ ਕੋਸ਼ ਕੀਤਾ, ਉਹ ਸ਼ੁਰੂ ਤੋਂ ਸ਼ੁਰੂ ਹੋਈ, ਦੂਜੇ ਰੀ ਫੇਰ ਉਹਨੂੰ ਟਾਈਮ ਬਾਉਂਡ ਕੀਤਾ। ਹਾਈ ਕੋਰਟ ਨੇ ਅਕਾਲੀ ਦਲ ਦੇ ਲੀਡਰ ਇਸ ਤਰ੍ਹਾਂ ਕਿਉਂ ਕਹਿ ਰਹੇ ਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੈ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ ਕੋਈ ਝੂਠਾ ਕੇਸ ਦਰਜ ਕਰਨ ਦੇ ਵਾਸਤੇ? ਦੇਖੋ ਇੱਕ ਸਿੰਪਲ ਚੀਜ਼ ਹੈ, ਅਸੀਂ ਪ੍ਰੋਬ ਨਹੀਂ ਕਰ ਰਹੇ, ਸਿਟ ਪ੍ਰੋਬ ਕਰ ਰਹੀ ਹੈ। ਸਿਟ ਦੇ ਵਿੱਚ ਇਹਨਾਂ ਨੂੰ ਹੌਸਲਾ ਹੋਣਾ ਚਾਹੀਦਾ, ਫੇਥ ਹੋਣਾ ਚਾਹੀਦਾ, ਇਹਨਾਂ ਨੂੰ ਜੁਡੀਸ਼ਰੀ ਦੇ ਵਿੱਚ ਫੇਥ ਹੋਣਾ ਚਾਹੀਦਾ। ਤੇ ਇਹ ਪ੍ਰੈਸ ਕਾਨਫਰੰਸ ਮੈਨੂੰ ਸਮਝ ਨਹੀਂ ਆਉਂਦਾ, ਆਪਦੀ ਬਾਰੇ ਆਪਦੇ ਇਲਜ਼ਾਮ ਲਾ ਕੇ, ਆਪਦੀ ਕਨਸਪੀਰੇਸੀ ਹੈਚ ਕਰਕੇ अपना प्रेस कॉन्फ्रेंसेस कर दिंदे। पहला बादल साहब ने ये कीती सी, मैं ਇਹਨਾਂ ਨੂੰ ਕਹਿਣਾ ਕਿ 22 ਅਕਤੂਬਰ ਦੀ ਇਹਨਾਂ ਨੂੰ ਕੋਈ ਮੀਟਿੰਗ ਡਿਨਾਈ ਕਰ ਦੇਣ, ਨਹੀਂ ਫਿਰ ਅਸੀਂ ਵਿਜ਼ੂਅਲਸ ਜਾਰੀ ਕਰਾਂਗੇ। ਇਹਨਾਂ ਨੂੰ ਕਹੋ ਕਿ ਸਰਕਾਰ ਅੱਗੇ ਆਵੇ, ਇਹਨਾਂ ਦਾ ਕੋਈ ਰਿਸਪੌਂਸਿਬਲ ਅਫਸਰ ਅੱਗੇ ਆਵੇ, 22 ਅਕਤੂਬਰ ਦੀ ਮੀਟਿੰਗ ਡਿਨਾਈ ਕਰ ਦੇ, ਫਿਰ ਅਸੀਂ ਤੁਹਾਨੂੰ ਵਿਜ਼ੂਅਲ ਜਾਰੀ ਕਰਕੇ ਦੱਸਾਂਗੇ ਕਿ ਸਰਕਾਰ ਦੇ ਅਫਸਰ ਕਿਸ ਲੈਵਲ ਤੇ ਝੂਠ ਬੋਲਦੇ ਨੇ। ਨਹੀਂ, ਜੇ ਅਕਾਲੀ ਦਲ ਕੋਲ ਕੋਈ ਵੀਡੀਓ ਹੈਗੀ ਤਾਂ ਅਕਾਲੀ ਦਲ ਨੇ ਜਾਰੀ ਕਿਉਂ ਨਹੀਂ ਕੀਤੀ ਦਲੇਰ ਸਾਹਿਬ? ਬਿਲਕੁਲ ਜਾਰੀ ਕਰਾਂਗੇ। ਤੁਸੀਂ ਤਜਿੰਦਰ ਜੀ ਵੇਟ ਐਂਡ ਵਾਚ, ਸਰਕਾਰ ਨੂੰ ਰਿਪਲਾਈ ਦੇਣ ਦਿਓ, ਸਰਕਾਰ ਦਾ ਝੂਠ ਬੇਨਕਾਬ ਹੋਣ ਦਿਓ, ਔਰ ਅਸੀਂ ਕਰਾਂਗੇ। ਅਸੀਂ ਤਾਂ ਗਵਰਨਰ ਸਾਹਿਬ ਨੂੰ ਲਿਖਿਆ ਕਿ ਸਾਨੂੰ ਉਹਦੀ ਵੀਡੀਓ ਗਵਰਨਰ ਸਾਹਿਬ ਆਪ ਹੀ ਜਾਰੀ ਕਰਕੇ ਦੇ ਦੇਣ। ਜੀ ਖੜਿਆਲ ਸਾਹਿਬ, ਇਹਨਾਂ ਨੂੰ ਇੱਕ ਸਿੰਪਲ ਚੀਜ਼ ਪੁੱਛਦਾ, ਮੀਟਿੰਗ 'ਚ ਇਹ ਤਾਂ ਬੈਠੇ ਨਹੀਂ ਸੀ, ਰਾਈਟ? ਮੀਟਿੰਗ ਇਹਨਾਂ ਨੂੰ ਪਤਾ ਨਹੀਂ ਕਿਹਦੀ ਹੋਈ ਹੈ, ਇਹਨਾਂ ਨੇ ਕਿਸ ਆਧਾਰ ਤੇ ਇਹ ਚੀਜ਼ ਕਹੀ ਹੈ ਦੱਸ ਦੇਣ। ਮੀਟਿੰਗ ਦੇ ਵਿੱਚ ਜਿਹੜੇ 8 ਬੰਦੇ ਮੌਜੂਦ ਸੀ ਉਹਨਾਂ ਚੋਂ ਇੱਕ ਬੰਦਾ ਹੀ ਹੁਣ ਤੁਹਾਡੇ ਖਿਲਾਫ ਆ, ਉਹੀ ਵੀਡੀਓ ਦੇ ਰਿਹਾ ਤੇ ਉਹੀ ਸਾਹਮਣੇ ਆਊਗਾ, ਔਰ ਤੁਹਾਡੀ ਸਰਕਾਰ ਦੀ ਸਾਜ਼ਿਸ਼ ਬਹੁਤ ਵਧੀਆ ਤਰੀਕੇ ਨਾਲ ਬੇਨਕਾਬ ਕਰਾਂਗੇ। ਤੁਸੀਂ ਜਰਾ ਵੇਟ ਐਂਡ ਵਾਚ। ਤੁਸੀਂ 22 ਅਕਤੂਬਰ ਨੂੰ ਡਿਨਾਈ ਕਰੋ, ਸਰਕਾਰ 22 ਅਕਤੂਬਰ ਨੂੰ ਡਿਨਾਈ ਕਰੇ ਇੱਕ ਵਾਰੀ। ਇੱਕ ਚੀਜ਼ ਕਹਿ ਦੇਣਾ, ਠੀਕ ਹੈ ਇਹਨਾਂ ਨੇ ਸਹੀ ਕਿਹਾ, ਇੱਕ ਬੰਦਾ, ਉਹ ਇੱਕ ਬੰਦਾ ਮੂਰੇ ਕਿਉਂ ਨਹੀਂ ਆ ਰਿਹਾ?
ਕਲੀਅਰ ਸਾਹਿਬ ਦੱਸੋ ਜੀ। ਮੈਂ ਤਾਂ ਚੈਲੰਜ ਕਰ ਰਿਹਾ ਜੀ ਕਿ ਸਰਕਾਰ 22 ਅਕਤੂਬਰ ਦੀ ਮੀਟਿੰਗ ਅਫੀਸ਼ੀਅਲ ਪ੍ਰੈਸ ਸਟੇਟਮੈਂਟ ਦੇ ਕੇ ਡਿਨਾਈ ਕਰ ਦੇ ਕਿ ਜੀ 22 ਅਕਤੂਬਰ ਨੂੰ ਕੋਈ ਮੀਟਿੰਗ ਨਹੀਂ ਹੋਈ। ਆ ਜਿਹੜੇ ਬੰਦੇ ਅਸੀਂ ਕਹਿੰਦੇ ਨਹੀਂ ਹੋਏ, ਔਰ ਉਸ ਤੋਂ ਬਾਅਦ ਗਵਰਨਰ ਸਾਹਿਬ ਨੂੰ ਅਸੀਂ ਮਿਲ ਲਈ, ਔਰ ਉਸ ਤੋਂ ਬਾਅਦ ਇਹਨਾਂ ਨੂੰ ਦੱਸਾਂਗੇ ਕਿ ਕਿਸ ਲੈਵਲ ਤੇ ਸਰਕਾਰ ਝੂਠ ਤੇ ਛੜਯੰਤਰ ਬੋਲਦੀ ਹੈ। ਇਹਨਾਂ ਨੂੰ ਜੱਗ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ। ਇਹ ਹਲੇ ਕੱਲ ਦੇ ਹੁਣ ਤੱਕ ਤੇਜਿੰਦਰ ਜੀ ਕਿੰਨਾ ਟਾਈਮ ਪਾਸ ਹੋ ਗਿਆ, ਇਹਨਾਂ ਨੇ ਹਾਲੇ ਤੱਕ 22 ਅਕਤੂਬਰ ਦੀ ਮੀਟਿੰਗ ਡਿਨਾਈ ਨਹੀਂ ਕੀਤੀ। ਕਾਂਗਰਸ ਦੇ ਜਾਂ ਸਰਕਾਰ ਦੇ ਕਿਸੇ ਵੀ ਅਫੀਸ਼ੀਅਲ ਬਿਆਨ 'ਚ ਅਗਰ 22 ਅਕਤੂਬਰ ਦੀ ਮੀਟਿੰਗ ਡਿਨਾਈ ਹੋਈ ਹੈ ਤੁਸੀਂ ਦੱਸ ਦਿਓ। ਮੈਂ ਤੁਹਾਨੂੰ ਇੱਕ ਚੀਜ਼ ਸਿੰਪਲ ਪੁੱਛੀ ਹੈ, ਜੇ ਤੁਸੀਂ ਕਹਿ ਰਹੇ ਹੋ ਵੀ ਇਹ ਬੰਦੇ ਦੇ ਕਹਿਣ ਤੇ ਬੇਸਿਸ ਤੇ ਅਸੀਂ ਆਹ ਪ੍ਰੈਸ ਕਾਨਫਰੰਸ ਕੀਤੀ, ਇਲਜ਼ਾਮ ਲਾਇਆ, ਤਾਂ ਬੰਦਾ ਮੂਹਰੇ ਕਿਉਂ ਨਹੀਂ ਆ ਰਿਹਾ, ਦੱਸੋ। ਮੈਂ ਫੇਰ ਦੁਬਾਰਾ ਕਹਿ ਰਿਹਾ ਜੀ ਕਿ ਕੋਈ ਗੱਲ ਨਹੀਂ, ਸਮਾਂ ਆਉਣ ਦਿਓ, ਬੰਦਾ ਵੀ ਮੂਹਰੇ ਆਊਗਾ। ਤੁਸੀਂ 22 ਅਕਤੂਬਰ ਦੀ ਮੀਟਿੰਗ ਤਾਂ ਡਿਨਾਈ ਕਰੋ ਨਾ। ਸਰਕਾਰ ਡਿਨਾਈ ਕਿਉਂ ਨਹੀਂ ਕਰਦੀ? ਤੁਹਾਨੂੰ ਡਰ ਕਿਉਂ ਲੱਗਦਾ? ਤੁਸੀਂ ਖੜਿਆਲ ਸਾਹਿਬ ਤੁਸੀਂ ਡਿਨਾਈ ਕਰ ਦਿਓ। ਮੈਂ ਤੁਹਾਡੀ ਸਟੇਟਮੈਂਟ ਨੂੰ ਕਾਂਗਰਸ ਦੀ ਅਫੀਸ਼ੀਅਲ ਸਟੇਟਮੈਂਟ ਮੰਨ ਲੈਣਾ, ਤੁਸੀਂ ਡਿਨਾਈ ਕਰ ਦਿਓ 22 ਅਕਤੂਬਰ ਦੀ ਮੀਟਿੰਗ ਨੂੰ। ਇੱਕ ਮਿੰਟ, ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਚੀਜ਼ ਦੱਸ ਦਿੰਦਾ। ਅਸੀਂ ਕੈਟੇਗੋਰਿਕਲੀ ਡਿਨਾਈ ਕਰਦੇ ਹਾਂ ਕਿ ਇਦਾਂ ਦੀ ਕੋਈ ਗੱਲ ਹੋਈ ਹੈ। ਮੀਟਿੰਗ ਸਰਕਾਰ ਨਹੀਂ ਕਰਦੀ ਜੀ, ਨਾਲ ਹੁੰਦੀਆਂ ਰਹਿੰਦੀ ਹੈ। ਹੋਮ ਮਿਨਿਸਟਰ ਦੀ ਕੋਈ ਨਵੀਂ ਗੱਲ ਨਹੀਂ ਹੈ, ਸਭ ਨੂੰ ਪਤਾ। ਸੁਖਬੀਰ ਬਾਦਲ ਸਾਹਿਬ ਮੀਟਿੰਗਸ ਨਹੀਂ ਕਰਦੇ ਸੀ, ਗਵਰਨਰ ਹਾਊਸ 'ਚ ਕਰਦੇ ਸੀ। ਗਵਰਨਰ ਹਾਊਸ 'ਚ ਮੀਟਿੰਗ ਹੁੰਦੀ ਹੈ, ਗਵਰਨਰ ਹਾਊਸ 'ਚ ਮੀਟਿੰਗ ਹੋਣ ਲੱਗੀ। ਹੁਣ ਪੰਜਾਬ ਭਵਨ ਛੱਡਤਾ, ਹੈੱਡਕੁਆਟਰ ਛੱਡਤਾ, ਸੀਐਮ ਹਾਊਸ ਛੱਡਤਾ, ਗਵਰਨਰ ਘਰ ਦੀ ਐਨੈਕਸੀ ਦੇ ਵਿੱਚ ਸਰਕਾਰ ਅਫੀਸ਼ੀਅਲ ਮੀਟਿੰਗਾਂ ਕਰਦੀ ਹੈ ਅੱਜ ਕੱਲ੍ਹ। ਇਹ ਤਾਂ ਹੋਰ ਵੀ ਹਾਸੋ ਹੀ ਗੱਲ ਹੈ ਕਿ ਗਵਰਨਰ ਸਾਹਿਬ ਦਾ ਘਰ ਹੁਣ ਤੁਸੀਂ ਆਪਣੇ ਛੜਯੰਤਰਾਂ ਲਈ ਵਰਤਣ ਲੱਗ ਗਏ। ਮਾਈਂਡਸੈਟ ਇਦਾਂ ਦਾ ਹੈ, ਜੇ ਤੁਸੀਂ ਆਪ ਕਨਸਪੀਰੇਸੀਜ਼ ਰਚੀਆਂ, ਤੁਹਾਨੂੰ ਲੱਗਦਾ ਵੀ ਦੂਜੇ ਵੀ ਕਰਦੇ ਆ, ਇਹ ਸੱਚ ਨਹੀਂ ਹੈ। ਦੂਜੇ ਟਰਾਂਸਪੇਰੈਂਟ ਤਰੀਕੇ ਨਾਲ ਚੱਲਦੇ ਆ, ਆਨਸਰੇਬਲ ਤਰੀਕੇ ਨਾਲ ਚੱਲਦੇ ਆ, ਤੇ ਫੇਰ ਚੱਲਦੇ ਆ, ਤੇ ਜਿਹੜਾ ਬਣਦਾ ਇਨਸਾਫ ਹੋਊਗਾ। ਤੁਸੀਂ ਤੇਜਿੰਦਰ ਜੀ ਸਵਾਲ ਪੁੱਛੋ ਕਿ ਗਵਰਨਰ ਹਾਊਸ 'ਚ ਕਿਹੜੀਆਂ ਮੀਟਿੰਗਾਂ ਹੁੰਦੀਆਂ ਸਰਕਾਰ ਦੀਆਂ? ਦੇਖੋ ਪੰਜਾਬ ਸਰਕਾਰ ਦਾ ਉਹ ਗੈਸਟ ਹਾਊਸ ਹੈ, ਸੋ ਪੰਜਾਬ ਸਰਕਾਰ ਸੀਐਮ ਦੇ ਅਧਿਕਾਰ ਖੇਤਰ 'ਚ ਆ, ਉਹ ਕਿਤੇ ਵੀ ਕਰ ਸਕਦੇ ਨੇ। ਪਰ ਖੜਿਆਲ ਸਾਹਿਬ ਜਿਹੜੇ ਦੋਸ਼ ਇਹ ਨੇ ਕਿ ਮੀਟਿੰਗ ਹੋਈ ਹੈ ਜਾਂ ਨਹੀਂ ਹੋਈ, ਸੋ ਉਹਦੇ ਵਾਸਤੇ ਤੁਸੀਂ ਕਲੈਰਿਟੀ ਕਰੋ ਕਿ ਤੁਸੀਂ ਕਹਿੰਦੇ ਹੋ ਕਿ ਅਕਸਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ। ਇਹ 22 ਤਰੀਕ ਦੀ ਗੱਲ ਕਰ ਰਹੇ ਆ ਜਿਹੜੇ ਅਕਾਲੀ ਦਲ ਦੋਸ਼ ਲਾ ਰਿਹਾ ਹੈ, ਕੀ 22 ਤਰੀਕ ਨੂੰ ਉੱਥੇ ਮੀਟਿੰਗ ਹੋਈ ਹੈ ਜਾਂ ਨਹੀਂ ਹੋਈ? ਦੇਖੋ, ਮੀਟਿੰਗਸ ਉੱਥੇ ਰੈਗੂਲਰਲੀ ਹੁੰਦੀਆਂ, ਪਰ ਇਸ ਮੁੱਦੇ ਨੂੰ ਲੈ ਕੇ ਨਹੀਂ ਹੋਈ। ਇਸ ਮੁੱਦੇ ਨੂੰ ਲੈ ਕੇ ਇੱਕ ਸ਼ਬਦ ਨਹੀਂ ਕਿਹਾ ਗਿਆ, ਤੇ ਔਨ ਰਿਕਾਰਡ ਏਜੀ ਦਾ ਬਿਆਨ ਹੈ ਕਿ ਗਲਤ ਐਲੀਗੇਸ਼ਨ ਹੈ। ਆਪਣੇ ਜਿਹੜੇ ਹੋਮ ਸੈਕਟਰੀ ਆ ਉਹਨਾਂ ਦਾ ਸਾਹਿਬ ਜੇ ਉੱਥੇ ਰੈਗੂਲਰ ਮੀਟਿੰਗਾਂ ਅਕਸਰ ਹੁੰਦੀਆਂ ਨੇ, ਸੋ ਸੀਐਮ ਦਾ ਅਧਿਕਾਰ ਖੇਤਰ ਵੀ ਹੈ, ਪਰ ਤੁਹਾਡੇ ਕੋਲ ਇਹ ਕੀ ਸਬੂਤ ਨੇ ਕਿ ਉੱਥੇ ਇਸ ਬਾਰੇ ਗੱਲਬਾਤ ਹੋਈ ਹੈ, ਬੇਅਦਬੀ ਬਾਰੇ ਗੱਲਬਾਤ ਹੋਈ ਹੈ, ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਖਿਲਾਫ ਕੋਈ ਸਾਜ਼ਿਸ਼ ਘੜੀ ਗਈ ਹੈ? ਇਹਦੇ ਕੀ ਸਬੂਤ ਨੇ ਅਕਾਲੀ ਦਲ ਕੋਲ? ਕੱਲ ਅਕਾਲੀ ਦਲ ਦੇ ਵੱਡੇ 3 ਲੀਡਰ ਪ੍ਰੈਸ ਕਾਨਫਰੰਸ ਕਰਦੇ ਨੇ, ਇਹਦੇ ਕੀ ਸਬੂਤ ਨੇ? ਦੇਖੋ, ਜਦੋਂ ਆਪਾਂ ਕਿਸੇ ਤੋਂ ਨਾ ਕਿਸੇ ਦੇ ਖਿਲਾਫ ਕੋਈ ਗਲਤ ਕੰਮ ਕਰਨਾ ਚਾਹੁੰਦੇ ਆ, ਜਿਹੜੇ ਬੰਦੇ ਉਸ ਟਾਈਮ ਬੈਠੇ ਹੁੰਦੇ ਨੇ ਉਹਨਾਂ ਚੋਂ ਕਿਸੇ ਇੱਕ ਦੀ ਜ਼ਮੀਰ ਤਾਂ ਜਾਗਦੀ ਹੈ ਨਾ। ਕੋਈ ਤਾਂ ਚਾਹੁੰਦਾ ਹੈ ਕਿ ਕੋਈ ਸੱਚ ਦੇ ਉੱਤੇ ਪਹਿਰਾ ਦਿੱਤਾ ਜਾਵੇ। ਸੋ ਇਹ ਜੇ ਬਹੁਤ ਬੰਦੇ ਸਰਕਾਰ ਦੇ ਵਿੱਚ ਨੇ, ਔਰ ਅਗਰ ਸਰਕਾਰ ਹੈ, ਖੜਿਆਲ ਸਾਹਿਬ ਵਿੱਚ ਸਰਕਾਰ ਦਾ ਪਾਰਟ ਨੇ, ਅਗਰ ਇਹ ਇੱਕ ਪਾਰਟੀ ਦੇ ਪ੍ਰਧਾਨ ਦੀ ਤੇ ਸਾਬਕਾ ਉਪ ਮੁੱਖ ਮੰਤਰੀ ਦੀ ਕਾਲਾਂ ਤੱਕ ਟੈਪ ਕਰਦੇ ਨੇ, ਤਾਂ ਫਿਰ ਇਹ ਕਿਉਂ ਭੁੱਲ ਜਾਂਦੇ ਨੇ ਕਿ ਉਹੀ ਅਫਸਰ ਨੇ? ਇਹ ਅਫਸਰ ਫਿਰ ਸਰਕਾਰ ਦੀਆਂ ਜਿਹੜੀਆਂ ਰਿਕਾਰਡਿੰਗਾਂ ਨੇ ਉਹ ਵੀ ਬਾਹਰ ਕੱਢ ਦਿੰਦੇ ਨੇ। ਸੋ ਇਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ 1 ਮਹੀਨੇ ਦੀ ਸਰਕਾਰ ਤੇ ਅਫਸਰਾਂ ਨੂੰ ਵੀ ਬੜਾ ਭਰੋਸਾ ਨਹੀਂ। ਇਹ ਉਹੀ ਅਫਸਰ ਨੇ ਜਿਹੜੇ ਤੁਹਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕਾਲ ਰਿਕਾਰਡ ਕਰਕੇ ਦੇ ਰਹੇ ਨੇ, ਤਾਂ ਤੁਹਾਡੀਆਂ ਵੀ ਰਿਕਾਰਡਿੰਗਾਂ ਉਹੀ ਅਫਸਰ ਬਾਹਰ ਕੱਢ ਰਹੇ ਨੇ। ਸੋ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਊਗਾ। ਅਸੀਂ ਤਾਂ ਕਹਿੰਦੇ ਕਿ ਕੈਟੇਗੋਰਿਕਲੀ ਆਓ, ਡੀਜੀਪੀ ਸਾਹਿਬ ਆਉਣ, ਉਪ ਮੁੱਖ ਮੰਤਰੀ ਆਵੇ, ਮੀਟਿੰਗ ਡਿਨਾਈ ਕਰੋ, ਔਰ ਤੁਹਾਨੂੰ ਉਹੀ ਅਫਸਰ ਦੱਸਣਗੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹੀ ਅਫਸਰ ਕਰਨਗੇ। ਮੈਂ ਇਕਬਾਲ ਜੀ ਕੋਲ ਆਉਣਾ। ਇਕਬਾਲ ਜੀ, ਤੁਹਾਡਾ ਇਸ ਮਾਮਲੇ ਤੇ ਕੀ ਕਹਿਣਾ? ਦੇਖੋ ਜੀ, ਮੈਂ ਤਾਂ ਦੇਖ ਰਿਹਾ ਦੋਨੋਂ ਪਾਰਟੀਆਂ ਨੂੰ। ਗੱਲ ਅਫਸੋਸ ਦੀ ਇਹ ਹੁੰਦੀ ਹੈ ਵੀ ਪੰਜਾਬ 'ਚ ਸਿੱਖਾਂ ਦੀ ਹੋਮ ਸਟੇਟ ਹੈ ਇਹ। ਜੇ ਆਪਾਂ ਨੂੰ ਇੱਥੇ ਇਨਸਾਫ ਨਹੀਂ ਹੈ ਤਾਂ ਆਪਾਂ ਦਿੱਲੀ ਵਾਲਿਆਂ ਤੇ ਕਿਹੜੇ ਮੂੰਹ ਨਾਲ ਕਹਿ ਦਿੰਦੇ ਵੀ 84 ਦਾ ਇਨਸਾਫ ਨਹੀਂ ਦਿੱਤਾ। ਹੁਣ ਦੋਨੋਂ ਪਾਰਟੀਆਂ ਦੇ ਮੈਂ ਅਪਰੋਚ ਦੱਸ ਦਿੰਦਾ। ਅਕਾਲੀ ਦਲ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ, ਖਟੜਾ ਦੀ ਸਾਹਿਬ ਦੀ ਸਿੱਟ ਬਣਾਈ, ਤੇ ਤੁਸੀਂ ਮੈਨੂੰ ਦੱਸੋ ਖਟੜਾ ਸਾਹਿਬ ਨੇ ਜਿਹੜੇ ਉਹ ਸਿੱਟ ਨੇ ਜਿਹੜੇ ਬੰਦੇ ਫੜੇ ਸੀਗੇ ਉਹ ਨਿਰਦੋਸ਼ ਸਾਬਤ ਹੋ ਗਏ। ਜਿਹੜਾ ਨੂੰ ਸੁਖਬੀਰ ਬਾਦਲ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਸੀ ਦੋਸ਼ੀ ਫੜ ਲਏ, ਉਹ ਨਿਰਦੋਸ਼ ਸਾਬਤ ਹੋ ਗਏ। ਉਸ ਤੋਂ ਬਾਅਦ ਜੋਰਾ ਸਾਹਿਬ ਦੀ ਜੋ ਕਮਿਸ਼ਨ ਬਣਾਇਆ ਸੀ ਉਹਦਾ ਕਮਿਸ਼ਨ ਦੀ ਰਿਪੋਰਟ ਲੈਣ ਤੱਕ ਨਹੀਂ, ਰਿਸੀਵ ਕਰਨ ਤੱਕ ਅਕਾਲੀ ਦਲ ਗਿਆ। ਉਹ ਕਮਿਸ਼ਨ ਨੂੰ ਇਹਨਾਂ ਨੇ ਡਸਟਬਿਨ 'ਚ ਸਿੱਟਿਆ। ਉਸ ਤੋਂ ਬਾਅਦ ਰਣਜੀਤ ਸਿੰਘ ਕਮਿਸ਼ਨ ਦੀਆਂ ਇਹਨਾਂ ਨੇ 1-1 ਰੁਪਈਏ 'ਚ ਕਾਪੀਆਂ ਉੱਥੇ ਵਿਧਾਨ ਸਭਾ ਦੇ ਬਾਹਰ ਮਜੀਠੀਆ ਸਾਹਿਬ ਨੇ ਵੇਚੀਆਂ। ਕਾਨੂੰਨ ਦਾ ਮਤਲਬ ਨੰਗਾ ਨਾਚ ਉੱਥੇ ਹੁੰਦਾ ਦੇਖਿਆ ਸਭ ਨੇ। ਮਤਲਬ ਇਹ ਕਿਸੇ ਕਮਿਸ਼ਨ ਨੂੰ, ਕਿਸੇ ਸਿੱਟ ਨੂੰ ਅਕਾਲੀ ਦਲ ਮੰਨਦਾ ਹੀ ਨਹੀਂ। ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਦੇ ਪਿੱਛੇ ਪੈ ਗਏ ਇਹ।
ਮਤਲਬ ਇਹ ਕੀ ਗੱਲ ਹੈ? ਜੇ ਤੁਸੀਂ ਕੋਈ ਦੋਸ਼ ਕੀਤਾ ਹੀ ਨਹੀਂ, ਹੁਣ ਤਾਂ ਕਾਨੂੰਨ ਦੇ ਦਰਵਾਜ਼ੇ ਚੋਂ ਨਿਕਲ ਕੇ ਪਾਕ ਸਾਫ ਨਿਕਲ ਕੇ ਆਓ ਨਾ, ਲੋਕਾਂ 'ਚ ਜਾਣਾ ਨਾ ਤੁਸੀਂ। ਤੁਹਾਡੇ ਮੱਥੇ ਤੇ ਇੱਕ ਕਲੰਕ ਲੱਗਿਆ, ਉਹ ਧੋ ਕਿੱਥੋਂ ਹੋਣਾ? ਕੋਰਟ ਤੋਂ। ਤੁਸੀਂ ਬਾਈ ਕੋਰਟ ਹੋ ਕੇ ਆਓ, ਫਿਰ ਲਾਓ ਦੂਜੇ ਤੇ ਇਲਜ਼ਾਮ। ਜੇ ਬੇਸ਼ੱਕ ਤੁਹਾਨੂੰ ਕਿੱਡਾ ਹੀ ਕੋਈ ਤੁਹਾਨੂੰ ਕਟਹਿਰੇ 'ਚ ਨਿਰਦੋਸ਼ ਮਤਲਬ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਕਰੂਗਾ, ਪਰ ਤੁਹਾਡੇ ਕੋਲ ਕੋਰਟ ਦੀ ਤਾਂ ਹੈ ਨਾ ਪ੍ਰੋਸੀਡਿੰਗ, ਉੱਥੇ ਸਾਫ ਪਾਕ ਸਾਫ ਹੋ ਕੇ ਆਓ। ਦੂਜੀ ਗੱਲ, ਹੁਣ ਆ ਜਾਓ ਕਾਂਗਰਸ ਤੇ। ਕਾਂਗਰਸ ਦੀ ਅਪਰੋਚ ਐਸੀ ਰਹੀ ਹੈ, ਇਹਨਾਂ ਦਾ ਇਹ ਜੀ 1 ਤਰੀਕ ਤੇ ਹਾਈ ਕੋਰਟ 'ਚ ਨਹੀਂ ਉੱਥੇ ਅਪੀਅਰ ਹੋਇਆ, ਬਲੈਂਕਟ ਬੇਲਾਂ ਇਹਨਾਂ ਨੇ ਦਵਾਈਆਂ ਅਫਸਰਾਂ ਨੂੰ। ਜੇ ਇੱਕ ਅਫਸਰ ਵੀ ਕੜਿੱਕੀ 'ਚ ਫਸਿਆ ਹੁੰਦਾ ਨਾ, ਫੜਕ ਫੜਕ ਨਾਲ ਲੈ ਲੈਣ ਤੇ ਕਿਹੜਾ ਕਿਹੜਾ ਪੋਲੀਟੀਸ਼ੀਅਨ ਦਾ ਸਾਨੂੰ ਫੋਨ ਆਇਆ, ਕਿਹਨੇ ਕਿਹਨੇ ਸਾਨੂੰ ਆਰਡਰ ਦਿੱਤੇ, ਸਭ ਕੁਝ ਸਾਹਮਣੇ ਆ ਜਾਣਾ ਸੀ। ਪਰ ਨਹੀਂ, ਕਾਂਗਰਸ ਨਾਲ ਮਿਲ ਕੇ ਬਚਾਉਂਦੀ ਰਹੀ ਹੈ। ਅੱਜ ਸਾਰਾ ਕੁਝ ਡਰਾਮੇ ਹੋ ਰਿਹਾ। ਹੁਣ ਮੈਨੂੰ ਦੱਸੋ, ਇਲੈਕਸ਼ਨ ਟਾਈਮ ਹੈਗਾ, ਸੁਖਬੀਰ ਬਾਦਲ ਦਾ ਭੜਕਾਂ ਤਾਂ ਹੀ ਮਾਰ ਰਿਹਾ, ਕਹਿੰਦਾ ਮੈਨੂੰ ਫੜ ਕੇ ਦਿਖਾਓ। ਉਹਨੂੰ ਪਤਾ ਵੀ ਫੜ ਹੀ ਨਹੀਂ ਹੋਣਾ। ਇਹ ਕੋਈ ਸੌਖਾ ਕੰਮ ਹੈਗਾ? ਜਿਹੜਾ ਪਿੱਛੇ ਤੁਸੀਂ ਟਾਈਮ ਵੇਸਟ ਕੀਤਾ, ਉਹ ਟਾਈਮ ਹੁਣ ਨਹੀਂ ਮੁੜ ਕੇ ਆਉਣਾ। ਖੜਿਆਲ ਸਾਹਿਬ, ਹੁਣ ਤੁਸੀਂ ਜਿੰਨਾ ਮਰਜ਼ੀ ਹੱਥ ਪੈਰ ਮਾਰੀ ਜਾਓ, ਸੁਖਬੀਰ ਬਾਦਲ ਨੂੰ ਤੁਸੀਂ ਨਹੀਂ ਅੰਦਰ ਕਰ ਸਕਦੇ। ਇਸ ਕਰਕੇ ਇਹ ਗੱਲਾਂ ਛੱਡੋ, ਹੁਣ ਤੁਸੀਂ ਮਾਫੀ ਮੰਗੋ ਦੋਨੋਂ ਪਾਰਟੀਆਂ। ਨਾ ਅਕਾਲੀ ਦਲ ਨੇ ਇਨਸਾਫ ਦਿੱਤਾ, ਨਾ ਤੁਸੀਂ ਦਿੱਤਾ। ਹੁਣ ਗੱਲਾਂ ਪੰਜਾਬ ਦੇ ਲੋਕਾਂ ਕੋਲ ਮਾਫੀ ਮੰਗੋ। ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਐਡਾ ਬੜਾ ਮੁੱਦਾ ਇਹਨੂੰ ਬਣਾਤਾ, ਸਿੱਟਾਂ ਕਮਿਸ਼ਨਾਂ 'ਚ ਚੜ੍ਹਾਤਿਆ, ਜਿਵੇਂ 84 ਦਾ ਹੁੰਦਾ। ਇਹ 84 ਵਾਲੇ ਰਾਹ ਪਾਤਿਆ ਤੁਸੀਂ ਇਹ ਕੇਸ ਬਰਗਾੜੀ ਦਾ। ਉਹਨਾਂ ਦੀ ਇਹਨਾਂ ਨੇ ਮਦਦ ਤੱਕ ਨਹੀਂ ਕੀਤੀ। ਉਹ ਵਿਚਾਰੇ ਆਪ ਕੇਸ ਲੜ ਰਹੇ, ਗੋਲੀ ਕਾਂਡ ਵਾਲੇ ਜਿਹੜੇ ਉਹਨਾਂ ਦੇ ਪਰਿਵਾਰ ਹੈ, ਉਹਨਾਂ ਦੇ ਵਕੀਲ ਨਾਲ ਹੀ ਜਾ ਕੇ ਖੜ ਜਾਂਦੀ ਸਰਕਾਰ, ਤਾਂ ਵੀ ਇਨਸਾਫ ਹੋ ਜਾਂਦਾ। ਇਹ ਤਾਂ ਕਿਸੇ ਦਾ ਸਾਥ ਵੀ ਨਹੀਂ ਦਿੰਦੇ, ਆਪ ਤਾਂ ਕੀ ਲੜਨਾ ਸੀ ਇਹਨਾਂ ਨੇ। ਇਸ ਕਰਕੇ ਇਹ ਗੱਲਾਂ ਛੱਡੋ। ਹੁਣ ਤੁਸੀਂ ਮਿਲ ਚੁੱਕੇ ਹੋ, ਲੋਕਾਂ ਨੂੰ ਤੁਹਾਡੀ ਮਿਲੀ ਭੁਗਤ ਪਤਾ ਲੱਗ ਗਈ। ਤੁਸੀਂ ਕੁਛ ਨਹੀਂ ਪੰਜਾਬ ਵਾਸਤੇ ਡਿਲੀਵਰ ਕਰਨਾ। ਹੁਣ ਸਾਡਾ ਪੰਜਾਬ ਵਾਸੀਆਂ ਦਾ ਖੜਾ ਛੱਡੋ ਬਸ ਤੁਸੀਂ। ਮੈਂ ਇਕਬਾਲ ਜੀ ਤੁਹਾਡੇ ਕੋਲ ਆਉਣਾ, ਖੜਿਆਲ ਸਾਹਿਬ ਕੋਲ ਬਾਅਦ ਜਾਣਾ। ਔਰ ਤੁਸੀਂ ਕਹਿ ਰਹੇ ਹੋ ਕੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਰਹੇ ਹੋ, ਔਰ ਕਲੇਰ ਸਾਹਿਬ ਕਹਿ ਕੇ ਹਟੇ ਨੇ ਕਿ ਕੰਵਰ ਵਿਜੇ ਪ੍ਰਤਾਪ ਹੋਰਾਂ ਤੇ ਮਾਨਯੋਗ ਹਾਈ ਕੋਰਟ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਕਿ ਉਹਨਾਂ ਨੇ ਜਿਹੜੀ ਜਾਂਚ ਕੀਤੀ ਹੈ ਉਹ ਸਹੀ ਢੰਗ ਨਾਲ ਨਹੀਂ ਕੀਤੀ। ਸੋ ਉਹਨਾਂ ਤੇ ਵੀ ਦੋਸ਼ ਲੱਗਦੇ ਰਹੇ ਹੈ। ਔਰ ਉਸ ਤੋਂ ਬਾਅਦ ਜਦੋਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਂਦੇ ਨੇ, ਉਸ ਤੋਂ ਬਾਅਦ ਵੀ ਅਕਾਲੀ ਦਲ ਸ਼ਰੇਆਮ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਸੀ, ਪਹਿਲਾਂ ਤੋਂ ਹੀ ਉਹਨਾਂ ਦਾ ਏਜੰਡਾ ਇਹ ਸੀ ਕਿ ਉਹਨਾਂ ਨੇ ਸਿਆਸੀ ਪਾਰਟੀ ਸ਼ਾਮਲ ਹੋਣਾ ਹੈ। ਇਸ ਕਰਕੇ ਉਹ ਜਿਹੜੀ ਜਾਂਚ ਆ ਉਹਨਾਂ ਨੇ ਉਹ ਸਹੀ ਢੰਗ ਨਾਲ ਕੰਵਰ ਵਿਜੇ ਪ੍ਰਤਾਪ ਹੋਰਾਂ ਨੇ ਨਹੀਂ ਕੀਤੀ। ਇਹ ਵੀ ਆਮ ਆਦਮੀ ਪਾਰਟੀ ਦੇ ਵੀ ਦੋਸ਼ ਲੱਗਦੇ ਰਹੇ ਨੇ। ਤੁਹਾਡਾ ਹਿੱਸਾ ਹੈ ਇਸ ਟਾਈਮ ਕੰਵਰ ਵਿਜੇ ਪ੍ਰਤਾਪ ਸਿੰਘ? ਨਹੀਂ, ਦੇਖੋ, ਹਾਈ ਕੋਰਟ ਕੋਈ ਫਾਈਨਲ ਅਥਾਰਟੀ ਤਾਂ ਹੈ ਨਹੀਂ, ਉਹ ਤੋਂ ਬਾਅਦ ਸੁਪਰੀਮ ਕੋਰਟ ਵੀ ਤਾਂ ਹੈ ਨਾ। ਸਰਕਾਰ ਸੁਪਰੀਮ ਕੋਰਟ ਕਿਉਂ ਨਹੀਂ ਚੈਲੰਜ ਕੀਤਾ ਸਰਕਾਰ ਨੇ ਜਾ ਕੇ? ਠੀਕ ਹੈ, ਜੇ ਹਾਈ ਕੋਰਟ ਨੇ ਆਰਡਰ ਕਰਤਾ ਤਾਂ ਉਹਨੂੰ ਚੈਲੰਜ ਵੀ ਤਾਂ ਕਰ ਸਕਦਾ। ਦੂਜੇ ਕੋਰਟ 'ਚ ਉਹਦਾ ਬਦਲੇ ਜਾਂਦੇ ਆਰਡਰ, ਅਕਸਰ ਹੁੰਦੀ ਹੈ ਇਹ ਚੀਜ਼ਾਂ। ਕੰਵਰ ਵਿਜੇ ਪ੍ਰਤਾਪ ਨੂੰ ਇਹਨਾਂ ਨੇ ਪੀੜਤ ਬਣਾ ਕੇ, ਜਿਵੇਂ ਉਹੀ ਦੋਸ਼ੀ ਹੁੰਦਾ, ਦੋਨਾਂ ਨੇ ਇੰਨਾ ਉਹਨੂੰ ਜਲੀਲ ਕੀਤਾ। ਉਹਨੂੰ ਮਤਲਬ ਆਪਣੀ IPS ਦੀ 7-8 ਸਾਲ ਦੀ ਨੌਕਰੀ ਛੱਡਣੀ ਪਈ ਹੈਗੀ। ਇਸ ਕਰਕੇ ਉਹਨੂੰ ਪਤਾ ਵੀ ਜਦ ਮੇਰੀ ਪੇਸ਼ ਨਹੀਂ ਚੱਲਦੀ, ਉਹ ਤਾਂ ਬਾਹਰ ਆਇਆ। ਉਹ ਕਹਿੰਦਾ ਮੈਂ ਸਿਸਟਮ ਦਾ ਹਿੱਸਾ ਬਣੂੰਗਾ, ਆਪ ਸਿਸਟਮ 'ਚ ਵੜ ਕੇ ਮੈਂ ਸਿਸਟਮ ਨੂੰ ਠੀਕ ਕਰੂੰਗਾ। ਉਹ ਸਾਡੇ ਪਾਰਟੀ 'ਚ ਰਲ ਗਿਆ ਤਾਂ ਕੀ ਮਾੜਾ ਕੀਤਾ? ਹਰੇਕ ਦਾ ਡੈਮੋਕ੍ਰੇਸੀ 'ਚ ਹੱਕ ਹੈਗਾ। ਕੋਈ ਬੰਦਾ ਆਪਣਾ ਰਿਟਾਇਰਮੈਂਟ ਤੋਂ ਬਾਅਦ ਜਿੱਥੇ ਮਰਜ਼ੀ ਜਾਵੇ, ਇਹ ਸਭ ਦਾ ਆਪਣਾ ਆਪਣਾ ਹੱਕ ਹੈਗਾ। ਪਰ ਗੱਲ ਤਾਂ ਹੈ, ਜੇ ਕੰਵਰ ਵਿਜੇ ਪ੍ਰਤਾਪ ਨੂੰ ਸੁਪਰੀਮ ਕੋਰਟ ਜਾ ਕੇ ਵੀ ਉਹ ਗਲਤ ਸਾਬਤ ਹੁੰਦਾ, ਫਿਰ ਅਸੀਂ ਮੰਨ ਲੈਂਦੇ ਵੀ ਵਾਕਈ ਉਹਨੇ ਕੋਈ ਗਲਤ ਇਨਵੈਸਟੀਗੇਸ਼ਨ ਕੀਤੀ। ਹੁਣ ਇੱਕ ਹਾਈ ਕੋਰਟ ਨੇ ਮਤਲਬ ਆਰਡਰ ਪਾਸ ਕਰਤਾ, ਉਹਨੂੰ ਤੁਸੀਂ ਫਾਈਨਲ ਅਥਾਰਟੀ ਥੋੜੀ ਮੰਨ ਕੇ ਤੁਸੀਂ ਮੰਨ ਲੂਗੇ। ਉਹ ਤੋਂ ਬਾਅਦ ਕੋਰਟ ਹੈਗਾ, ਸਰਕਾਰ ਗਈ ਨਹੀਂ ਹੈ, ਕਾਂਗਰਸ ਦੀ ਸਰਕਾਰ ਦੱਸੇ। ਖੜਿਆਲ ਸਾਹਿਬ ਬੈਠੇ ਆ, ਤੁਸੀਂ ਸੁਪਰੀਮ ਕੋਰਟ ਚੈਲੰਜ ਕੀਤਾ ਹਾਈ ਕੋਰਟ ਦੇ ਆਰਡਰ ਨੂੰ? ਨਹੀਂ ਕੀਤਾ। ਇਸ ਕਰਕੇ ਉਹਨਾਂ ਅਸਤੀਫਾ ਦੇ ਦਿੱਤਾ ਵੀ ਜਦ ਤੁਸੀਂ ਸੁਪਰੀਮ ਕੋਰਟ ਵੀ ਨਹੀਂ ਜਾਣਾ, ਮਤਲਬ ਫਿਰ ਗੱਲ ਕੀ? ਉੱਥੇ ਤਾਂ ਸਾਰਾ ਇਨਸਾਫ ਹੁੰਦਾ ਨਾ, ਸੁਪਰੀਮ ਕੋਰਟ ਉੱਥੇ ਤਾਂ ਕੋਈ ਵਾਇਸ ਨਹੀਂ ਹੁੰਦਾ ਹੈਗਾ। ਇੱਥੇ ਤਾਂ ਹਾਈ ਕੋਰਟ ਤੱਕ ਤਾਂ ਚਲੋ ਰਿਸ਼ਤੇਦਾਰੀਆਂ ਭਾਈਵਾਲੀਆਂ ਨਿਭਦੀਆਂ, ਸਾਨੂੰ ਪਤਾ। ਇਸ ਕਰਕੇ ਉੱਥੇ ਜਦ ਤੁਸੀਂ ਜਾਂਦੇ ਨਹੀਂ, ਫਿਰ ਥੋੜੀ ਮਨਸ਼ਾ ਸਾਬਤ ਹੁੰਦੀ ਹੈ। ਉਹਨਾਂ ਨੇ ਅਸਤੀਫਾ ਦੇ ਦਿੱਤਾ। ਇਸ ਕਰਕੇ ਹਾਈ ਕੋਰਟ ਦੀ ਅਥਾਰਟੀ ਨੂੰ ਫਾਈਨਲ ਅਥਾਰਟੀ ਨਾ ਮੰਨਿਆ ਜਾਵੇ। ਇਸ ਕਰਕੇ ਇਹਨਾਂ ਨੇ ਜੇ ਚੈਲੰਜ ਕੀਤਾ ਹੋਵੇ, ਸੁਪਰੀਮ ਕੋਰਟ ਨੇ ਉਹਨੂੰ ਦੋਸ਼ੀ ਕਿਹਾ ਹੋਵੇ ਇਹ ਗਲਤ ਹੋਈ ਹੈ, ਫਿਰ ਅਸੀਂ ਕਹਿ ਸਕਦੇ ਵੀ ਹਾਂ ਤੁਹਾਡੀ ਗੱਲ। ਖੜਿਆਲ ਸਾਹਿਬ, ਤੁਹਾਡੇ ਐਡਵੋਕੇਟ ਜਨਰਲ ਜਿਹੜੇ ਅਤੁਲ ਨੰਦਾ ਸੀ, ਉਹਨਾਂ ਦੇ ਬਹੁਤ ਸਾਰੇ ਦੋਸ਼ ਲੱਗਦੇ ਰਹੇ ਨੇ ਕਿ ਬਹੁਤ ਸਾਰੀਆਂ ਤਰੀਕਾਂ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਦੀ ਪੈਰਵਾਈ ਨਾ ਕਰਨ ਕਰਕੇ ਪੰਜਾਬ ਸਰਕਾਰ ਹੈ ਜਿਹੜੀ ਉਹ ਹਾਰੀ ਹੈ। ਔਰ ਇਹ ਵੀ ਕੇਸ ਹੈ ਜਿਹੜਾ ਉਹਨਾਂ ਵੱਲੋਂ ਚੰਗੇ ਤਰੀਕੇ ਪੈਰਵਾਈ ਨਹੀਂ ਕੀਤੀ ਗਈ। ਔਰ ਜਦੋਂ ਕੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਵੀ ਦੋਸ਼ ਲਾਏ ਸੀ। ਸੋ ਕਹਿਣ ਦਾ ਭਾਵ ਇਹ ਹੈ ਕਿ ਐਡਵੋਕੇਟ ਜਨਰਲ ਤੁਹਾਡੀ ਸਰਕਾਰ ਦਾ ਪਾਰਟ ਸੀ, ਤੁਹਾਡੀ ਸਰਕਾਰ ਵੱਲੋਂ ਹੀ ਨਿਯੁਕਤ ਕੀਤੇ ਗਏ ਸੀ। ਸੋ ਇਹ ਸਿੱਧੇ ਤੌਰ ਤੇ ਤੁਹਾਡੇ ਤੇ ਦੋਸ਼ ਲਾਉਂਦੇ ਨੇ ਕਿ ਤੁਹਾਡੇ ਐਡਵੋਕੇਟ ਜਨਰਲ ਵੀ ਉਸੇ ਰਾਹ ਤੇ ਸੀਗੇ ਕਿ ਉਹ ਵੀ ਨਹੀਂ ਚਾਹੁੰਦੇ ਸੀ ਕਿ ਬੇਅਦਬੀ ਦੇ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਮਿਲੇ। ਨਹੀਂ, ਇਹ ਕਹਿਣਾ ਗਲਤ ਹੋਗਾ। ਤੁਸੀਂ ਇੱਕ ਸਿੰਪਲ ਚੀਜ਼ ਸਮਝੋ,
ਜੇ ਅਸੀਂ ਵਾਅਦਾ ਕੀਤਾ ਹੈ, ਅਸੀਂ ਚਾਹਾਂਗੇ ਡਿਲੀਵਰ ਹੋਵੇ ਨਾ, ਸਾਨੂੰ ਉਹਨੂੰ ਰੋਕ ਕੇ ਵਾਅਦੇ ਨੂੰ ਕੋਈ ਉਹਦਾ ਫਾਇਦਾ, ਕੋਈ ਬੈਨੀਫਿਟ ਨਹੀਂ ਮਿਲੂ, ਸਾਨੂੰ ਨੁਕਸਾਨ ਹੋਊਗਾ। ਸਾਡੀ ਕੋਸ਼ਿਸ਼ ਸ਼ੁਰੂ ਤੋਂ ਰਹੀ ਹੈ ਕਿ ਇਨਸਾਫ ਹੋਵੇ, ਬਣਦਾ ਇਨਸਾਫ ਹੋਵੇ, ਜਿਹੜੇ ਲੋਕ ਵਾਕਈ ਇਨਵੋਲਡ ਆ ਉਹਨਾਂ ਨੂੰ ਸਜ਼ਾ ਮਿਲੇ, ਇਹ ਤੋਂ ਇਲਾਵਾ ਹੋਰ ਕੁਝ ਨਹੀਂ। ਦੂਜਾ, ਇਹਨਾਂ ਨੇ ਇਲਜ਼ਾਮ ਤਾਂ ਲਾਤਾ ਮੀਟਿੰਗਸ ਹੋ ਰਹੀਆਂ, ਜਿਹੜਾ ਇਹ ਰਾਜ ਭਵਨ ਕਹਿ ਰਿਹਾ ਨਾ ਮੀਟਿੰਗਸ ਹੋਈਆਂ, ਉੱਥੇ ਨਿਊਮਰਸ ਮੀਟਿੰਗਸ ਹੋਈਆਂ, ਹਰੇਕ ਮੀਟਿੰਗ ਤੁਹਾਡੇ ਬਾਰੇ ਸੀਗੀ ਵੀ ਆਹ ਕਰਨਾ, ਇਹ ਬੰਦਾ ਫਸਾਉਣਾ। ਇਹ ਮਾਨਸਿਕਤਾ ਜਿਹੜੀ ਹੈਗੀ ਹੈ, ਇਹ ਕਾਰਨ ਕਰਕੇ ਹੈ ਸ਼੍ਰੋਮਣੀ ਅਕਾਲੀ ਦਲ ਆਪਰੇਟ ਐ ਕਰਦਾ ਸੀਗਾ। ਇਹ ਐਂ ਕਨਸਪੀਰੇਸੀਜ਼ ਤਿਆਰ ਕਰਦੇ ਸੀਗੇ, ਮੇਬੀ ਅਫਸਰਾਂ ਨੂੰ ਬਿਠਾ ਕੇ, ਜਿਹੜਾ ਇਹਨਾਂ ਨੂੰ ਲੱਗਦਾ ਕਿ ਹਰੇਕ ਪਾਰਟੀ ਕਰਦੀ ਹੈ। ਇਹ ਸੋਚਣਾ, ਇਹ ਮਾਨਸਿਕਤਾ ਗਲਤ ਹੈ ਇਹਨਾਂ ਦੀ। ਕਾਂਗਰਸ ਪਾਰਟੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਫੇਰ ਚੱਲਦੀ ਰਹੀ ਹੈ ਤੇ ਅੱਗੇ ਫੇਰ ਚੱਲਦੀ ਰਹੂਗੀ। ਦੂਜਾ, ਜਿਹੜਾ ਏਜੀ ਦੀ ਇਹਨਾਂ ਨੇ ਗੱਲ ਕੀਤੀ, ਅਸੀਂ ਮੇਕ ਸ਼ੋਰ ਕਰਦੇ ਸੀਗੇ ਹਾਈ ਕੋਰਟ ਤੋਂ, ਏਜੀ ਦੀ ਐਕਸਪਰਟਿਜ਼ ਜਿਹੜੇ ਕੇਸ ਦੇ ਵਿੱਚ ਹੈਗੀ ਹੈ, ਉਹ ਐਕਸਪਰਟਿਜ਼ ਉੱਥੇ ਯੂਜ਼ ਕਰਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਵੀ ਹੋਰ ਕੋਈ ਲਾਇਰ ਉਹਨਾਂ ਤੋਂ ਬੈਟਰ ਐਕਸਪਰਟਿਜ਼ ਵਾਲਾ ਹੈ, ਤਾਂ ਕਿ ਜ਼ਿਆਦਾ ਐਫੀਸ਼ੀਐਂਟ ਰਵੇ। ਉਦੋਂ ਲਾਇਰ ਆ ਜਾਂਦਾ ਸੀਗਾ, ਉੱਥੇ ਆਪਣਾ ਮੇਕ ਸ਼ੋਰ ਕਰਦੇ ਸੀਗੇ ਕਿ ਉਹ ਰੈਪਰੈਜ਼ੈਂਟ ਕਰੇ। ਇਹ ਨਹੀਂ ਹੋਇਆ ਕਿ ਕੋਈ ਵੀ ਪੰਜਾਬ ਸਰਕਾਰ ਨੇ ਢਿੱਲ ਵਰਤੀ ਹੋਵੇ। ਵੀ ਹੈਵ ਲੈਫਟ ਨੋ ਸਟੋਨ ਅਨਟਰਨਡ ਟੂ ਮੇਕ ਸ਼ੋਰ ਜਿਹੜਾ ਬਣਦਾ ਇਨਸਾਫ ਹੈ ਉਹ ਹੋਵੇ। ਜੀ ਖੜਿਆਲ ਸਾਹਿਬ, ਇਹਦਾ ਮਤਲਬ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹੋ ਗੱਲ ਕਹੀ ਸੀ, ਆਮ ਆਦਮੀ ਪਾਰਟੀ ਵਾਲੇ ਵੀ ਇਹੋ ਗੱਲ ਕਹਿ ਰਹੇ ਹੈ, ਕਾਂਗਰਸ ਵੀ ਇਹੋ ਗੱਲ ਕਹਿ ਰਹੀ ਹੈ। ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਿਆਨ ਦੇਖ ਲਈਏ ਜਾਂ ਬਿਕਰਮ ਸਿੰਘ ਮਜੀਠੀਆ ਦੇ ਦੇਖ ਲਈਏ, ਹਰਸਿਮਰਤ ਕੌਰ ਬਾਦਲ ਦੇ ਦੇਖ ਲਈਏ, ਉਹਨਾਂ ਨੇ ਹਰ ਵਾਰ ਇੱਕ ਗੱਲ ਕਹੀ ਹੈ ਕਿ ਬੇਅਦਬੀ ਕਰਨ ਵਾਲਿਆਂ ਤੇ ਬੇਅਦਬੀ ਦੇ ਨਾਮ ਤੇ ਸਿਆਸਤ ਕਰਨ ਵਾਲਿਆਂ ਤੇ ਉਹਨਾਂ ਦਾ ਕੱਖ ਨਾ ਰਹੇ। ਸੋ ਇਹੋ ਹੀ ਗੱਲ ਕਾਂਗਰਸ ਕਹਿ ਰਹੀ ਹੈ, ਇਹੋ ਹੀ ਗੱਲ ਆਮ ਆਦਮੀ ਪਾਰਟੀ ਕਹਿ ਰਹੀ ਹੈ। ਪਰ ਪੰਜਾਬ ਦੇ ਲੋਕ ਜਿਹੜੇ ਗੁਰੂ ਸਾਹਿਬ ਨਾਲ ਜੁੜੇ ਸੀ, ਜਿਨ੍ਹਾਂ ਦੇ ਹਿਰਦੇ ਵਲੂੰਦਰੇ ਗਏ, ਜਿਨ੍ਹਾਂ ਨੂੰ ਇਸ ਚੀਜ਼ ਦੀ ਪੀੜਾ ਜਿਨ੍ਹਾਂ ਨੇ ਝੱਲੀ, ਜਿਨ੍ਹਾਂ ਦੇ ਗੋਲੀ ਕਾਂਡ ਦੇ ਵਿੱਚ ਜਾਨਾਂ ਵੀ ਚਲੀਆਂ ਗਈਆਂ, ਔਰ ਉਹ ਸਾਰੇ ਨੇ ਜਿਹੜੇ, ਉਹ ਕਿਹੜੀ ਸਰਕਾਰ ਤੇ ਟੇਕ ਰੱਖਣ ਕਿ ਇਨਸਾਫ ਕਦੋਂ ਮਿਲੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚਾਹੇ ਬੇਅਦਬੀ ਦੇ ਮਾਮਲੇ ਦਾ ਲਾ ਲਈਏ, ਚਾਹੇ ਗੋਲੀकांड ਦਾ ਲਾ ਲਈਏ, ਕਿਉਂਕਿ ਹਾਲੇ ਤੱਕ ਸਿਰਫ ਚਾਹੇ ਉਹ ਅਸੀਂ ਡਿਬੇਟਾਂ ਦੀ ਗੱਲ ਕਰ ਲਈਏ, ਚਾਹੇ ਉਹ ਪਾਰਟੀ ਪੱਧਰ ਤੇ ਗੱਲ ਕਰ ਰਹੀਏ, ਸਿਰਫ ਤੇ ਸਿਰਫ ਪ੍ਰੈਸ ਕਾਨਫਰੰਸਾਂ ਹੁੰਦੀਆਂ ਨੇ, ਸਿਆਸਤ ਹੁੰਦੀ ਹੈ। ਹੁਣ ਤੁਹਾਡੀ ਸਰਕਾਰ ਵੱਲੋਂ, ਜਿਵੇਂ ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਉਪ ਮੁੱਖ ਮੰਤਰੀ ਨੇ ਤੇ ਤੁਹਾਡੇ ਗ੍ਰਹਿ ਮੰਤਰੀ ਵੀ ਨੇ ਪੰਜਾਬ ਦੇ, ਉਹਨਾਂ ਦਾ ਬਿਆਨ ਆਇਆ ਹੈ ਕਿ ਛੇਤੀ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਸੋ ਉਹਨਾਂ ਨੇ ਇੱਕ ਇਸ਼ਾਰਾ ਦਿੱਤਾ ਹੈ ਕਿ ਸ਼ਾਇਦ ਜਿਹੜੀ ਬੇਅਦਬੀ ਕਾਂਡ ਦੀ ਜਾਂਚ ਹੈ ਜਿਹੜੀ, ਉਹ ਅਸਲ ਦੋਸ਼ੀਆਂ ਦੇ ਨੇੜੇ ਪਹੁੰਚ ਚੁੱਕੀ ਹੈ। ਪਰ ਸਰਕਾਰ ਦੇ ਗਿਣਵੇਂ ਦਿਨ ਰਹਿ ਗਏ ਨੇ ਸਰਕਾਰ ਦੇ ਕੋਲ। ਮੇਰਾ ਖਿਆਲ ਹੈ ਦਸੰਬਰ ਐਂਡ ਤੱਕ ਜਾਂ ਜਨਵਰੀ ਦੇ ਸਟਾਰਟਿੰਗ 'ਚ ਇਲੈਕਸ਼ਨ ਕੋਡ ਲੱਗ ਜਾਣਾ ਹੈ, ਫਿਰ ਤੁਹਾਡੀ ਸਰਕਾਰ ਕੁਝ ਨਹੀਂ ਕਰ ਪਾਏਗੀ। ਪਰ ਕੀ ਤੁਹਾਡੀ ਪੰਜਾਬ ਸਰਕਾਰ, ਕਾਂਗਰਸ ਸਰਕਾਰ ਉਦੋਂ ਤੱਕ ਬੇਅਦਬੀ ਕਾਂਡ ਦੇ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇ ਪਾਏਗੀ? ਕਾਂਗਰਸ ਪਾਰਟੀ ਜ਼ੋਰ ਲਾ ਰਹੀ ਹੈ ਕਿ ਜਿਹੜੀ ਬਣਦੀ ਇਨਵੈਸਟੀਗੇਸ਼ਨ ਹੈ ਫੇਅਰ ਤਰੀਕੇ ਨਾਲ ਹੋਵੇ, ਟਰਾਂਸਪੇਰੈਂਟ ਹੋਵੇ, ਇਨ ਟਾਈਮ ਹੋਵੇ ਤੇ ਬਣਦਾ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ, ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਤੇ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰ ਰਹੇ ਹਾਂ ਤੇ ਦਿਨ ਰਾਤ ਇੱਕ ਕਰਦੇ ਆਏ ਹਾਂ। ਐਸਾ ਕਦੇ ਨਹੀਂ ਹੋਇਆ ਕਿ ਕਾਂਗਰਸ ਪਾਰਟੀ ਨੇ ਇਹਦੇ ਲਈ ਕੁਝ ਨਾ ਕੀਤਾ ਹੋਵੇ, ਭਾਵੇਂ ਸੁਪਰੀਮ ਕੋਰਟ ਜਾਣਾ ਹੋਵੇ, ਹਾਈ ਕੋਰਟ ਜਾਣਾ ਹੋਵੇ, ਫਰੀਦਕੋਟ ਕੋਰਟ ਜਾਣਾ ਹੋਵੇ। ਵੀ ਹੈਵ ਡਨ ਐਨੀਥਿੰਗ ਐਂਡ ਐਵਰੀਥਿੰਗ ਇਨ ਆਰ ਮਾਈਂਡ ਟੂ ਮੇਕ ਇਟ ਹੈਪਨ। ਕੋਰਟ ਲੱਗਣ ਤੋਂ ਪਹਿਲਾਂ ਹੋ ਜਾਊਗਾ ਇਹ ਟੂ ਅਕਾਲੀ ਦਲ, ਸਿਰਫ ਅਕਾਲੀ ਦਲ ਸੀ ਜਿਹੜਾ ਇਸ ਚੀਜ਼ ਨੂੰ ਪੋਸਟਪੋਨ ਕਰਦਾ ਰਿਹਾ, ਚਾਹੇ ਜਦੋਂ ਸਿੱਟ ਬੁਲਾਉਂਦੀ ਸੀ ਉਦੋਂ ਹੋਵੇ, ਚਾਹੇ ਜਦੋਂ ਕੋਰਟ 'ਚ ਐਪਲੀਕੇਸ਼ਨ ਲਾਉਂਦੇ ਸੀ ਐਗਜ਼ੈਂਪਸ਼ਨਸ ਦੀਆਂ ਉਦੋਂ ਹੋ। ਪੰਜਾਬ ਦੇ ਲੋਕ ਤੁਹਾਡੇ ਤੋਂ ਉਮੀਦ ਰੱਖਣ ਕਿ ਤੁਹਾਡੀ ਇਸ ਸਰਕਾਰ ਦੇ ਹੁੰਦਿਆਂ ਅਸਲ ਦੋਸ਼ੀ ਜਿਹੜੇ ਸਲਾਖਾਂ ਪਿੱਛੇ ਹੋਣਗੇ। ਬਿਲਕੁਲ ਇਸ ਚੀਜ਼ ਦੀ ਅਸੀਂ 100% ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਬਣਦਾ ਇਨਸਾਫ ਹੈ ਉਹ ਸਾਡੇ ਰਹਿੰਦਾ ਹੋ ਜੇ। ਬਿਕੋਜ਼ ਜਿਹੜਾ ਕੋਰਟ ਦਾ ਮਸਲਾ ਹੈ ਉੱਥੇ ਦੇਖੋ ਬੜੇ ਲੂਪ ਹੋਲਸ, ਲੈਕੂਨਾਸ ਹੁੰਦੇ ਜਿਹਨੂੰ ਅਕਾਲੀ ਦਲ ਐਕਸਪਲੋਇਟ ਕਰਦਾ ਆਇਆ ਹੁਣ ਤੱਕ, ਤੇ ਅੱਗੇ ਵੀ ਇਹਨਾਂ ਦੀ ਕੋਸ਼ਿਸ਼ ਰਹੂਗੀ, ਸਾਨੂੰ ਇਸ ਚੀਜ਼ ਦਾ ਪਤਾ ਹੈ। ਲੇਕਿਨ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਚੀਜ਼ ਦਾ ਬਣਦਾ ਇਨਸਾਫ ਜਿਹੜਾ ਉਹ ਜਲਦ ਤੋਂ ਜਲਦ ਹੋਵੇ। ਜੀ ਕਲੇਰ ਸਾਹਿਬ, ਉਹਨਾਂ ਨੇ ਸਿੱਧਾ ਕਿਹਾ ਕਿ ਅਕਾਲੀ ਦਲ ਛੜਯੰਤਰ ਰਚਦਾ ਆਇਆ ਹੈ ਬੇਅਦਬੀ ਦੇ ਮਾਮਲੇ ਦੇ ਵਿੱਚ, ਪਰ ਅਸੀਂ ਇਨਸਾਫ ਹੈ ਜਿਹੜਾ ਉਹ ਦੇਵਾਂਗੇ। ਔਰ ਉਹਨਾਂ ਨੇ ਕਿਹਾ ਕਿ ਜਦੋਂ ਹਾਲੇ ਤੱਕ ਕੋਈ ਨਾਮ ਵੀ ਜਨਤਕ ਨਹੀਂ ਹੋਇਆ, ਸੋ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਪ੍ਰੈਸ ਕਾਨਫਰੰਸ ਕਿਸ ਬਿਨਾਂ 'ਤੇ ਕਰ ਰਹੇ ਨੇ?
ਫਿਰ ਨਾ ਜੀ ਮੈਂ ਤਜਿੰਦਰ ਜੀ ਬੜਾ ਸਪਸ਼ਟ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਬੇਅਦਬੀਆਂ ਦੀ ਜਾਂਚ ਹੈ ਇਹ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕੋਲੇ ਸਿਰਫ 23 ਦਿਨ ਰਹੀ ਹੈ ਔਰ ਉਹ 23 ਦਿਨਾਂ ਦੇ ਬਾਅਦ ਚਾਹੇ ਰਾਹੁਲ ਗਾਂਧੀ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਹੋਣ, ਇਹਨਾਂ ਨੇ ਸਾਰਿਆਂ ਨੇ ਬਹੁਤ ਮੰਗ ਕੀਤੀ ਔਰ ਸੰਤ ਸਮਾਜ ਨੇ ਕਿ ਜੀ ਸਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ, CBI ਨੂੰ ਭੇਜ ਦਿਓ। CBI ਨੂੰ ਭਿਜਵਾਉਣ ਵਾਲੇ ਇਹ ਲੋਕ ਕਾਂਗਰਸ ਤੇ ਆਮ ਆਦਮੀ ਪਾਰਟੀ, ਇਹਨਾਂ ਦੇ ਕਹਿਣ ਤੇ CBI ਨੂੰ ਗਈ ਜਾਂਚ, ਸੰਤ ਸਮਾਜ ਦੇ ਕਹਿਣ ਦੇ ਉੱਤੇ ਗਈ CBI ਨੂੰ। ਔਰ CBI ਤੋਂ ਜਦੋਂ ਇਹਨਾਂ ਨੂੰ ਮੈਨੂੰ ਇੱਕ ਗੱਲ ਦਾ ਜਵਾਬ ਦੇਣ ਕਿ ਜਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ CBI ਤੋਂ ਜਾਂਚ ਵਾਪਸ ਹੀ ਲੈ ਲਈ ਸੀ ਤਾਂ 1.5 ਸਾਲ ਲੱਗ ਗਏ ਇਹਨਾਂ ਨੂੰ CBI ਤੋਂ ਰਿਕਾਰਡ ਲੈਣ ਲਈ। ਔਰ ਉਸ ਤੋਂ ਬਾਅਦ 2021 ਜਨਵਰੀ ਦੇ ਵਿੱਚ ਖੱਟੜਾ ਸਾਹਿਬ ਨੂੰ ਉੱਥੋਂ ਸਿੱਟ ਤੋਂ ਹਟਾ ਦਿੱਤਾ ਗਿਆ, ਬੇਅਦਬੀਆਂ ਦੀ ਜਾਂਚ ਤੋਂ ਹਾਈ ਕੋਰਟ ਵੱਲੋਂ ਹਟਾ ਦਿੱਤਾ ਗਿਆ। ਕੀ ਪੰਜਾਬ ਸਰਕਾਰ ਨੇ ਉਹ ਆਰਡਰ ਚੈਲੰਜ ਕੀਤਾ? ਕਿਉਂਕਿ ਬੇਅਦਬੀਆਂ ਦੀ ਜਾਂਚ ਅਗਰ ਐਡਾ ਵੱਡਾ ਮੁੱਦਾ ਹੈ ਔਰ ਹਾਈ ਕੋਰਟ ਨੇ ਖੱਟੜਾ ਸਾਹਿਬ ਨੂੰ ਉਹ ਤੋਂ ਪਾਸੇ ਕਰਤਾ ਸੀ, ਇਹਨਾਂ ਨੇ ਉਹ ਆਰਡਰ ਅੱਜ ਤੱਕ ਚੈਲੰਜ ਨਹੀਂ ਕੀਤਾ। ਔਰ ਉਸ ਤੋਂ ਬਾਅਦ ਆ ਜਾਓ ਤੁਸੀਂ ਜਿਹੜਾ ਗੋਲੀकांड ਦੀ ਜਾਂਚ ਦੀ ਇਹ ਗੱਲ ਕਰਦੇ ਨੇ, ਗੋਲੀकांड ਦੀ ਜਾਂਚ ਇਹਨਾਂ ਦੀ, ਉਹ ਜਾਂਚ ਇਹਨਾਂ ਦੀ ਸਕ੍ਰੈਪ ਹੋ ਗਈ, ਉਹਦੇ ਖਿਲਾਫ ਇਹ ਸੁਪਰੀਮ ਕੋਰਟ ਨਹੀਂ ਜਾਂਦੇ। ਔਰ ਅੱਜ 4.5 ਸਾਲ ਦੇ ਵਿੱਚ ਕੱਲੀ ਇਹ ਸਿਆਸਤ ਕਰਨਾ ਚਾਹੁੰਦੇ ਨੇ। ਪੰਜਾਬ ਦੇ ਲੋਕ ਹੁਣ ਪੁੱਛਦੇ ਨੇ ਕਿ ਕੀ ਕਾਂਗਰਸ ਐਡੀ ਬੋਦੀ ਹੈ, ਕੀ ਕਾਂਗਰਸ ਦੀ ਲੱਤਾਂ ਭਾਰ ਨਹੀਂ ਚੱਲਦੀਆਂ? ਇਹ ਜਵਾਬ ਦਿਓ ਕਿ ਮਹਿੰਦਰਪਾਲ ਬਿੱਟੂ ਜਿਹੜਾ ਮੁੱਖ ਮੁਲਜ਼ਮ ਸੀ ਉਹਦਾ ਮਰਡਰ ਪੰਜਾਬ ਦੀ ਜੇਲ੍ਹ ਦੇ ਵਿੱਚ ਹੋ ਗਿਆ, ਕਾਂਗਰਸ ਦੇ ਰਾਜ ਦੇ ਵਿੱਚ ਹੋ ਗਿਆ। ਇਹਦਾ ਜਵਾਬ ਸਰਕਾਰ ਦੇਣਾ ਪਊ। ਕਿਉਂ ਡਰਦੇ ਸੀ ਕਿ ਮਹਿੰਦਰਪਾਲ ਬਿੱਟੂ ਤੁਹਾਡੇ ਜਗ ਜ਼ਾਹਰ ਕਰ ਦੂਗਾ ਰਾਜ਼, ਉਸ ਗੱਲ ਤੋਂ ਡਰਦੀ ਸੀ ਸਰਕਾਰ। ਸੋ ਇਹ ਤਾਂ ਪੂਰਾ ਉਹਦੇ ਚ ਦਬੇ ਹੋਏ। ਔਰ ਮੈਂ ਦੂਜਾ ਚੈਲੰਜ ਕਰਦਾ, ਮੈਂ ਅੱਜ ਔਨ ਰਿਕਾਰਡ ਚੈਲੰਜ ਕਰਦਾ ਇਹਨਾਂ ਨੂੰ। ਇਹਨਾਂ ਨੇ ਉਰੇ 2 ਗੱਲਾਂ ਕਹੀਆਂ ਕਿ ਬਾਦਲ ਪਰਿਵਾਰ ਜਾਂਚ ਤੋਂ ਭੱਜਿਆ। ਮੈਂ ਗੱਲ ਕਹਿਣਾ ਕਿ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਨੂੰ ਇਹ ਗੱਲ ਦੱਸਣ ਕਿ ਕਿੱਦਣ ਬਾਦਲ ਪਰਿਵਾਰ ਨੂੰ ਬੁਲਾਇਆ ਸੀ ਤੇ ਉਹ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਏ, ਇਹ ਦੱਸਣ ਪੰਜਾਬ ਦੇ ਲੋਕਾਂ ਨੂੰ। ਸੋ ਇਹ ਬਹੁਤ ਝੂਠ ਮਾਰਦੇ ਨੇ। ਅੱਜ ਮੈਂ ਦੁਬਾਰਾ ਇਹ ਗੱਲ ਕਹਿਣਾ ਜੀ ਕਿ ਚਾਹੇ ਡਰੱਗ ਦਾ ਮਸਲਾ ਹੋਵੇ, ਚਾਹੇ ਬੇਅਦਬੀਆਂ ਦੀ ਜਾਂਚ ਦਾ ਮਸਲਾ ਹੋਵੇ, ਇਹਨਾਂ ਦੀ ਨੀਅਤ ਇਨਸਾਫ ਦੇਣ ਦੀ ਨਹੀਂ, ਸਿਆਸਤ ਕਰਨਾ ਚਾਹੁੰਦੇ ਨੇ। ਨਹੀਂ, ਪੰਜਾਬ ਦਾ ਮੁੱਖ ਮੰਤਰੀ ਜਿਹੜਾ ਸਰਕਾਰ ਦਾ ਹੈੱਡ ਹੋਵੇ ਉਹ ਵਿਧਾਨ ਸਭਾ ਦੇ ਵਿੱਚ ਖੜ ਕੇ ਬਿਆਨ ਤਾਂ ਦਵੇ ਤੇ ਫਿਰ ਕਾਰਵਾਈ ਕਰਕੇ ਦਿਖਾਓ। ਤੁਸੀਂ ਅਕਾਲੀ ਦਲ ਦੇ ਲੀਡਰ ਤੇ ਇਲਜ਼ਾਮ ਲਾਉਂਦੇ ਹੋ ਤਾਂ ਕਾਰਵਾਈ ਕਰਕੇ ਦਿਖਾਓ। ਗੱਲ ਕੀ ਹੈ ਤਜਿੰਦਰ ਜੀ ਕਿ ਲੋਕ ਸਿਰਫ ਸਿਆਸਤ ਕਰਨੀ ਚਾਹੁੰਦੇ ਨੇ, ਨਾ ਤਾਂ ਸਬੂਤ ਹੈ ਨਾ ਕੁਛ ਹੈ। ਸਿਰਫ ਸੋਚਦੇ ਨੇ ਕਿ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ 90,000 ਕਿਸਾਨੀ ਕਰਜ਼ਾ, 90,000 ਕਰੋੜ ਦਾ ਮਾਫੀ ਦੀ, ਘਰ ਘਰ ਨੌਕਰੀ ਦੀ, ਨਸ਼ਾ ਮੁਕਤ ਪੰਜਾਬ ਦੀ, ਬੇਰੁਜ਼ਗਾਰੀ ਭੱਤਾ, ਡਿਵੈਲਪਮੈਂਟ ਇਹਨਾਂ ਨੇ ਨਹੀਂ ਕੀਤੀ, ਉਹ ਤੋਂ ਧਿਆਨ ਭਟਕਾਉਣ ਲਈ ਇਹੀ ਜਿਹੇ ਛੜਯੰਤਰ ਰਚਦੇ ਨੇ। ਪਰ ਗੁਰੂ ਸਾਹਿਬ ਦੇ ਵਿੱਚ ਬਹੁਤ ਸ਼ਕਤੀ ਹੈ। ਮੈਂ ਦੁਬਾਰਾ ਕਹਿਣਾ ਕਿ ਕੱਖ ਨਹੀਂ ਰਹਿਣਾ। ਇਹ ਗੁਰੂ ਸਾਹਿਬ ਦੀ ਜਾਂਚ ਹੈ, ਇਹਦੇ 'ਚ ਝੂਠਾ ਫਸਾਇਆ ਨਹੀਂ ਜਾਣਾ ਤੇ ਸੱਚਾ ਦੋਸ਼ੀ ਕਾਂਗਰਸ ਤੋਂ ਬਚਾਇਆ ਨਹੀਂ ਜਾਣਾ। ਸੋ ਮੈਂ ਦੁਬਾਰਾ ਕਹਿਣਾ ਕਿ ਗੁਰੂ ਸਾਹਿਬ ਤੋਂ ਡਰੋ, ਗੁਰੂ ਸਾਹਿਬ ਦੀ ਸ਼ਕਤੀ ਤੋਂ ਡਰੋ। ਪਹਿਲਾਂ ਹੀ ਝੂਠੀ ਸਹੁੰ ਚੱਕ ਕੇ ਕਾਂਗਰਸ ਖੇਰੂ ਹੋਈ ਪਈ ਹੈ, ਹੋਰ ਕਿੱਥੇ ਜਾਓਗੇ? ਔਰ ਇਕਬਾਲ ਸਿੰਘ ਜੀ ਦੀ ਗੱਲ ਦਾ ਮੈਂ ਜਵਾਬ ਦੇਣਾ ਚਾਹੁੰਦਾ। ਮੈਂ ਇਹਨਾਂ ਨੂੰ ਪੁੱਛਦਾ ਕਿ ਕੀ ਕੁੰਵਰ ਵਿਜੇ ਪ੍ਰਤਾਪ ਇੱਕ IG ਦੇ ਤੌਰ ਤੇ ਇਨਸਾਫ ਦਿਵਾ ਸਕਦਾ ਸੀ? ਸੁਪਰੀਮ ਕੋਰਟ ਜਾਂਦੇ ਕਿ ਜੀ ਮੇਰੇ ਤੇ ਟਿੱਪਣੀਆਂ ਹੋਈਆਂ, ਮੈਂ ਆਇਆ ਸੁਪਰੀਮ ਕੋਰਟ, ਮੇਰੀ ਜਾਂਚ ਰੱਦ ਹੋਈ ਹੈ। IG ਦੇ ਤੌਰ ਤੋਂ ਅਸਤੀਫਾ ਦੇ ਕੇ ਇੱਕ ਪਾਰਟੀ ਦਾ ਕਾਰਿਆਕਰਤਾ ਬਣ ਕੇ ਜ਼ਿਆਦਾ ਪਾਵਰਫੁਲ ਹੋ ਗਏ ਇਨਸਾਫ ਦਿਵਾਉਣ 'ਚ। ਸੋ ਇਹ ਗੱਲਾਂ ਜਵਾਬ ਮੰਗਦੀਆਂ ਨੇ। ਇਹ ਲੋਕ ਸਿਆਸਤਾਂ ਖੇਡਦੇ ਨੇ ਔਰ ਗੁਰੂ ਸਾਹਿਬ ਦੇ ਨਾਂ ਤੇ ਸਿਆਸਤ ਕਰਨ ਵਾਲੇ ਨੂੰ ਮੂੰਹ ਦੀ ਖਾਣੀ ਪਊਗੀ। ਇਹ ਤਜਿੰਦਰ ਜੀ ਗੱਲ ਨੂੰ ਯਾਦ ਰੱਖਣੀ ਚਾਹੀਦੀ ਹੈ। ਕੰਡੈਮ ਹੀ ਕਰੀ ਜਾਓ, ਐਕਸ਼ਨ ਨਾ ਲਿਓ। ਤੁਸੀਂ ਕੰਡੈਮ ਕਰਨ ਨੂੰ ਰੱਖਿਓ ਪੰਜਾਬ ਨੇ। ਤੁਹਾਡੀ ਸਰਕਾਰ ਸੀ, ਸਾਡੇ ਪੌਣੇ 5 ਸਾਲ ਹੋ ਗਏ, ਤੁਸੀਂ ਇਨਸਾਫ ਦੇ ਕੇ ਦਿਖਾਉਂਦੇ। ਤੁਹਾਡੇ 'ਚ ਦਮ ਹੀ ਹੈ ਨਹੀਂ, ਤੁਸੀਂ ਦੋਸ਼ੀ ਫੜਨਾ ਹੀ ਨਹੀਂ ਚਾਹੁੰਦੇ, ਤੁਸੀਂ ਸਿਰਫ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਗੁਰੂ ਸਾਹਿਬ ਦੀ ਜਾਂਚ ਜਿੱਦਾਂ ਹਾਈ ਕੋਰਟ ਕਿਹਾ ਕਿ ਵਿਰੋਧੀਆਂ ਨੂੰ ਬਦਨਾਮ ਕਰਨ ਲਈ ਹੱਥਕੰਡੇ ਦੇ ਤੌਰ ਤੇ ਵਰਤਣੀ ਚਾਹੁੰਦੇ ਹੋ। ਅਦਰਵਾਈਜ਼ ਤੁਹਾਡਾ ਇਨਸਾਫ ਦੇਣ ਦਾ ਕੋਈ ਮਨਸੂਬਾ ਹੀ ਨਹੀਂ। ਔਰ ਪਹਿਲੀ ਸਰਕਾਰ ਹੈ, ਪਹਿਲਾ ਮੁੱਖ ਮੰਤਰੀ ਮੈਂ ਦੇਖਿਆ। ਤੁਸੀਂ AG ਤਾਂ ਆਪਣੀ ਮਰਜ਼ੀ ਦਾ ਲਾ ਨਹੀਂ ਸਕਦੇ, DG ਤਾਂ ਲਾ ਨਹੀਂ ਸਕਦੇ, ਤੁਸੀਂ ਇਨਸਾਫ ਦਿਵਾਓਗੇ ਲੋਕਾਂ ਨੂੰ? ਐਸਾ ਬੋਧਾ ਮੁੱਖ ਮੰਤਰੀ ਪੰਜਾਬ ਨੇ ਪਹਿਲੀ ਵਾਰ ਦੇਖਿਆ। ਇਹ ਐਲਾਨ ਕਰਨ ਨਾਲ ਨਹੀਂ ਮਿਲਣੀਆਂ, ਇਹ ਧਰਤੀ ਦੇ ਉੱਤੇ ਬਾਰਡਰ ਤੇ ਕਿਸਾਨ ਸ਼ਹੀਦ ਹੋਏ। ਕਿਹੜਾ ਹੋ ਗਿਆ ਤਜਿੰਦਰ ਜੀ? ਦੱਸੋ ਕਿਸੇ ਗਰੀਬ ਨੂੰ ਮਕਾਨ ਦੀ ਰਜਿਸਟਰੀ ਮਿਲ ਗਈ? ਦੱਸੋ। ਇਹ ਐਲਾਨ ਕਰਨ ਨਾਲ ਨਹੀਂ ਮਿਲਣੀਆਂ, ਇਹ ਧਰਤੀ ਦੇ ਉੱਤੇ ਇੰਪਲੀਮੈਂਟ ਕਰਨਾ ਪਊਗਾ।
ਕਿਹੜਾ ਬਿਜਲੀ ਦਾ ਬਿੱਲ ਸਸਤਾ ਹੋ ਕੇ ਆ ਗਿਆ? ਤੇਜਿੰਦਰ ਜੀ ਦੱਸੋ ਇਹਨਾਂ ਨੂੰ 18,000 ਕਰੋੜ ਦੀਆਂ ਇਹਨਾਂ ਨੇ ਐਲਾਨ ਕਰਤੇ 1 ਮਹੀਨੇ 'ਚ, ਤੇ ਮੰਤਰੀ ਖਜ਼ਾਨਾ ਮੰਤਰੀ ਕਹਿੰਦਾ ਖਜ਼ਾਨਾ ਖਾਲੀ ਹੈ। ਸੋ ਐਲਾਨ ਮੰਤਰੀ ਨੇ ਇਹਨਾਂ ਨੇ ਕੋਈ ਸਕੀਮ ਧਰਤੀ ਤੇ ਨਹੀਂ ਗਈ, ਘਰੇ ਬਹਿ ਕੇ ਐਲਾਨ ਕਰਦੇ ਨੇ। ਇਹ ਸੋਚਦੇ ਨੇ ਜਨਤਾ ਨੂੰ ਆਈ ਮੂਰਖ ਬਣਾ ਲੈਣਗੇ, ਪਰ ਪੰਜਾਬ ਦੇ ਲੋਕ ਹੁਣ ਮੂਰਖ ਨਹੀਂ ਬਣਨ ਵਾਲੇ। ਇਹਨਾਂ ਨੂੰ ਦੱਸੋ ਇਹ ਗੱਲ। ਤੇਜਿੰਦਰ ਬਿਲਕੁਲ, ਮੈਂ ਕਲੇਰ ਸਾਹਿਬ ਤੇ ਮੈਂ ਖੜਿਆਲ ਸਾਹਿਬ ਨੂੰ ਖੜਿਆਲ ਸਾਹਿਬ ਆਪਾਂ ਸਿਰਫ ਤੇ ਸਿਰਫ ਬੇਅਦਬੀ ਮਾਮਲੇ ਦੀ ਗੱਲ ਕਰ ਰਹੇ ਹਾਂ। ਤੁਸੀਂ ਸਰਕਾਰ ਦੇ ਐਲਾਨਾਂ ਤੇ ਨਾ ਜਾਓ, ਬੇਅਦਬੀ ਮਾਮਲੇ ਦੀ ਹੀ ਗੱਲ ਕਰ ਰਹੇ ਹਾਂ। ਸੋ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੰਡ ਕੋਟਕਪੂਰਾ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਪਤਾ ਜਿਹੜੀ ਬੀੜ ਹੈ ਉਹ ਹੁੰਦੀ ਹੈ। ਉਸ ਤੋਂ ਬਾਅਦ ਪੱਤਰੇ ਖਿਲਾਰੇ ਜਾਂਦੇ ਨੇ, ਔਰ ਉਸ ਤੋਂ ਬਾਅਦ ਕਿੰਨੇ ਕਮਿਸ਼ਨ ਬਣੇ, ਚਾਹੇ ਉਹ ਰਣਬੀਰ ਸਿੰਘ ਖੱਟੜਾ ਹੋਰਾਂ ਦੀ ਸਿੱਟ ਬਣੀ, ਜ਼ੋਰਾ ਸਿੰਘ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਔਰ ਉਸ ਤੋਂ ਬਾਅਦ ਇਹ CBI ਨੂੰ ਵੀ ਜਾਂਚ ਸੌਂਪੀ ਜਾਂਦੀ ਹੈ। ਫਿਰ ਪੰਜਾਬ ਸਰਕਾਰ ਮਤਾ ਪਾ ਕੇ CBI ਤੋਂ ਇਹ ਜਾਂਚ ਵਾਪਸ ਵੀ ਲੈਂਦੀ ਆ। ਔਰ ਉਸ ਤੋਂ ਬਾਵਜੂਦ ਵੀ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਨੇ, ਔਰ ਤੁਹਾਡੇ ਕਾਂਗਰਸ ਦੇ ਆਪਣੇ ਹੀ ਮੰਤਰੀ, ਚਾਹੇ ਉਹ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਣ, ਉਹ ਵਿਧਾਨ ਸਭਾ ਦੇ ਵਿੱਚ ਝੋਲੀਆਂ ਅੱਡ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਇਹ ਮੰਗ ਕਰਦੇ ਰਹੇ ਨੇ ਕਿ ਪੰਜਾਬ ਨੂੰ ਇਨਸਾਫ ਦੀ ਲੋੜ ਹੈ, ਪੰਜਾਬ ਦੇ ਲੋਕਾਂ ਨੂੰ ਇਨਸਾਫ ਦਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ। ਉਸ ਤੋਂ ਬਾਅਦ ਇਹੋ ਹੀ ਵੱਡਾ ਮਸਲਾ ਬਣਦਾ, ਇਹੋ ਹੀ ਵੱਡਾ ਮੁੱਦਾ ਬਣਦਾ ਹੈ, ਕਾਂਗਰਸ ਦੇ ਵਿੱਚ ਕਲੇਸ਼ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਲਾ ਦਿੱਤਾ ਜਾਂਦਾ ਹੈ ਤੇ ਮੁੜ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਫਿਰ ਉਹਨਾਂ ਦੋਸ਼ਾਂ ਤੇ ਹੀ ਸਰਕਾਰ ਨੂੰ ਘੇਰਦੇ ਨੇ ਕਿ ਨਸ਼ਿਆਂ ਦੇ ਮਾਮਲੇ 'ਚ ਹਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ, ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ, ਗੋਲੀकांड ਦੇ ਮਾਮਲੇ ਦੇ ਵਿੱਚ ਹਲੇ ਤੱਕ ਗ੍ਰਿਫਤਾਰੀ ਨਹੀਂ ਹੋਈ। ਔਰ ਉਸ ਤੋਂ ਬਾਅਦ ਫਿਰ ਕੱਲ ਸੁਖਜਿੰਦਰ ਸਿੰਘ ਰੰਧਾਵਾ ਹੋਰੀ ਕਹਿੰਦੇ ਨੇ ਕਿ ਦੋਸ਼ੀ ਜਲਦ ਹੀ ਸਲਾਖਾਂ ਦੇ ਪਿੱਛੇ ਹੋਣਗੇ, ਪਰ ਕਦੋਂ ਹੋਣਗੇ ਇਹ ਸਾਰਾ ਪੰਜਾਬ ਇੰਤਜ਼ਾਰ ਕਰ ਰਿਹਾ ਹੈ। ਤੁਹਾਡੀ ਸਰਕਾਰ ਦੇ ਕੋਲ ਥੋੜ੍ਹੇ ਦਿਨ ਨੇ, ਹੁਣ ਗਿਣਤੀ ਦੇ ਮਹਿਮਾਨ ਨੇ, ਗਿਣਤੀ ਦੇ ਦਿਨਾਂ ਦੀ ਮਹਿਮਾਨ ਹੈ ਤੁਹਾਡੀ ਕਾਂਗਰਸ ਸਰਕਾਰ। 2022 'ਚ ਮੁੜ ਤੋਂ ਕਾਂਗਰਸ ਸਰਕਾਰ ਬਣਦੀ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ, ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ, ਇਹ 2022 'ਚ ਪਤਾ ਲੱਗੇਗਾ। ਪਰ ਹਾਲ ਦੀ ਘੜੀ ਜਿਹੜੀ ਪੰਜਾਬ ਦੇ ਵਿੱਚ ਸਿਆਸਤ ਹੈ, ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਆਲੇ ਦੁਆਲੇ ਘੁੰਮ ਰਹੀ ਹੈ। ਤੇ ਜਿਹੜੇ ਪੰਜਾਬ ਦੇ ਲੋਕ ਨੇ, ਚਾਹੇ ਉਹ ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ, ਚਾਹੇ ਉਹ ਕਾਂਗਰਸ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਨੇ, ਪਰ ਉਹਨਾਂ ਦਾ ਮੁੱਦਾ ਇੱਕੋ ਹੀ ਹੈ। ਇੱਕ ਤਾਂ ਨਸ਼ਿਆਂ ਦਾ ਮੁੱਦਾ, ਦੂਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਅਜੇ ਤੱਕ ਵੀ ਜਿਹੜੇ ਦੋਸ਼ੀ ਨਹੀਂ ਫੜੇ ਗਏ, ਇਹ ਵੱਡਾ ਮੁੱਦਾ ਹੈ। ਸੋ ਇਹਦੇ ਬਾਬਤ ਹੀ ਅਸੀਂ ਅੱਜ ਸਾਰੀ ਗੱਲਬਾਤ ਕਰ ਰਹੇ ਸੀ। ਤੁਹਾਡਾ ਸਾਰਿਆਂ ਦਾ ਜੁੜਨ ਲਈ, ਸਾਡੇ ਨਾਲ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।